ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪਈ ਅੜੈ ਜਗ ਜੀਵਨ ਦਾਤਾ, ਮਨਮੁਖ ਪਤ ਗਵਾਈ। ਬਿਨ ਸਤਿਗੁਰ ਕੋ ਮਗ ਨ ਜਾਣੈ, ਅੰਧੈ ਠੌਰ ਨ ਕਾਈ। ਪਈ ਅੜੈ ਜਗ ਜੀਵਨ ਦਾਤਾ, ਮਨਮੁਖ ਪਤ ਗਵਾਈ। ਬਿਨ ਸਤਿਗੁਰ ਕੋ ਮਗ ਨ ਜਾਣੈ, ਅੰਧੈ ਠੌਰ ਨ ਕਾਈ। ਹਰ ਸੁਖ ਦਾਤਾ ਮਨ ਨਹੀਂ ਵਸਿਆ, ਅੰਤ ਗਿਆ ਪਛਤਾਈ। ਹਰ ਸੁਖ ਦਾਤਾ ਮਨ ਨਹੀਂ ਵਸਿਆ, ਅੰਤ ਗਿਆ ਪਛਤਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਕਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਪਵਿੱਤਰ ਬਾਣੀ ਦੇ ਵਿਚਾਰ ਨਾਲ ਜੁੜਨਾ ਕਰੀਏ ਜੀ। ਪਿਛਲੇ ਦਿਨੀ ਆਪਾਂ ਵਿਚਾਰਾ ਸਰਵਣ ਕਰ ਰਹੇ ਸੀ ਜੋ ਅੰਗ 64 ਤੋਂ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਆਰੰਭ ਹੁੰਦੀ ਹੈ, ਜਿਸ ਦੇ 4 ਪਦਿਆਂ ਦੀ ਵਿਚਾਰ ਆਪਾਂ ਪਿਛਲੇ ਦਿਨੀ ਸਰਵਣ ਕੀਤੀ। ਆਓ ਰਹਿੰਦੇ 4 ਪਦਿਆਂ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸ ਦੀਆਂ ਗੁਰੂ ਚਰਨਾਂ ਵਿਖੇ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪਈ ਅੜੈ ਜਗ ਜੀਵਨ ਦਾਤਾ, ਮਨਮੁਖ ਪਤ ਗਵਾਈ। ਬਿਨ ਸਤਿਗੁਰ ਕੋ ਮਗ ਨ ਜਾਣੈ, ਅੰਧੇ ਠੌਰ ਨ ਕਾਈ। ਹਰ ਸੁਖ ਦਾਤਾ ਮਨ ਨਹੀਂ ਵਸਿਆ, ਅੰਤ ਗਿਆ ਪਛਤਾਈ। ਹਰ ਸੁਖ ਦਾਤਾ ਮਨ ਨਹੀਂ ਵਸਿਆ, ਅੰਤ ਗਿਆ ਪਛਤਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਵਿੱਤਰ ਬਚਨ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ ਸ਼੍ਰੀ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 65 ਉੱਪਰ ਸੁਭਾਇਮਾਨ ਹਨ। ਇਹਨਾਂ ਸ਼ਬਦਾਂ ਰਾਹੀਂ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸੰਸਾਰ ਰੂਪੀ ਪੇਕਿਆਂ ਦੇ ਵਿੱਚ ਹੀ ਸਾਡਾ ਮਾਲਕ ਹੈ। ਭਾਵ ਪਰਮੇਸ਼ਰ ਜਿਸ ਨੂੰ ਦੁਨੀਆ ਲੱਭਦੀ ਫਿਰਦੀ ਹੈ, ਉਹ ਇੱਥੇ ਵੀ ਹੈ ਤੇ ਉੱਥੇ ਵੀ ਹੈ, ਦੋਹਾਂ ਜਹਾਨਾਂ 'ਚ ਉਹਦਾ ਵਾਸਾ ਹੈ। ਸਤਿਗੁਰ ਪਾਤਸ਼ਾਹ ਜੀ ਕਹਿੰਦੇ, ਜਿਨ੍ਹਾਂ ਨੇ ਗੁਰੂ ਨੂੰ ਮਿਲ ਕਰਕੇ ਉਹ ਜਗਤ ਦੇ ਜੀਵਨ ਦਾਤੇ ਮਾਲਕ ਦੀ ਭਾਲ ਕਰ ਲਈ, ਉਸ ਨੂੰ ਪ੍ਰਾਪਤ ਕਰ ਲਿਆ। ਉਹਨਾਂ ਦਾ ਜੀਵਨ ਸਫਲਾ ਹੋ ਗਿਆ ਤੇ ਮਨਮੁਖ ਪਤ ਗਵਾਈ। ਜਿਹੜੇ ਗੁਰੂ ਨੂੰ ਨਹੀਂ ਮਿਲੇ, ਉਹਨਾਂ ਨੇ ਆਪਣੀ ਇੱਜ਼ਤ ਖਰਾਬ ਕਰ ਲਈ, ਉਹਨਾਂ ਨੇ ਜੀਵਨ ਖਰਾਬ ਕਰ ਲਿਆ, ਬਰਬਾਦ ਕਰ ਲਿਆ।
ਮਤਲਬ ਕਿ ਤੀਸਰੇ ਪਾਤਸ਼ਾਹ ਜੀ ਇਸ ਗੱਲ ਤੇ ਬਹੁਤ ਜ਼ੋਰ ਦੇ ਰਹੇ ਹਨ ਕਿ ਮਨੁੱਖ ਨੂੰ ਗੁਰੂ ਵਾਲਾ ਬਣਨਾ ਚਾਹੀਦਾ, ਕਿਉਂਕਿ ਖੁਦ ਵੀ ਉਹਨਾਂ ਦੇ ਜੀਵਨ ਦਾ ਪ੍ਰੈਕਟੀਕਲ ਹੈ। ਉਹਨਾਂ ਨੇ ਵੀ 60-65 ਸਾਲ ਕਹਿੰਦੇ ਗੁਰੂ ਧਾਰਨ ਨਹੀਂ ਕੀਤਾ, ਤੇ ਜਦੋਂ ਗੁਰੂ ਪ੍ਰਾਪਤ ਹੋਇਆ ਤੇ ਫਿਰ ਬੜੀਆਂ ਹੀ ਅੰਦਰ ਦੀਆਂ ਜਿਹੜੀਆਂ ਅਵਸਥਾਵਾਂ ਉਹ ਬਦਲ ਗਈਆਂ, ਜੀਵਨ ਵਿੱਚ ਬਦਲਾਅ ਆ ਗਿਆ, ਤੇ ਫਿਰ ਪਤਾ ਲੱਗਿਆ ਕਿ ਗੁਰੂ ਵਾਲਾ ਬਣਨ ਤੋਂ ਬਾਅਦ ਕੀ ਫਰਕ ਪੈਂਦਾ। ਪ੍ਰੈਕਟੀਕਲ ਤੋਂ ਬਗੈਰ ਕਿੱਥੇ ਪਤਾ ਲੱਗਦਾ ਮਨੁੱਖ ਨੂੰ। ਇਸ ਕਰਕੇ ਸਤਿਗੁਰਾਂ ਨੇ ਸਾਨੂੰ ਇਹ ਵੀ ਕਹਿਣਾ ਕੀਤਾ ਕਿ ਪੁੱਛੋ ਬ੍ਰਹਮੈ ਨਾਰਦੈ ਗੁਰਬਿਨ ਤਰਿਆ ਨਾ ਕੋਏ, ਗੁਰੂ ਗੁਰੂ ਗੁਰ ਕਰਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਇ ਨ ਮਿਟੈ ਦਾਤ। ਪਾਤਸ਼ਾਹ ਜੀ ਕਹਿੰਦੇ ਇਹ ਮਾਤ ਲੋਕ ਹੈ ਜਿਹੜਾ ਇਹ ਪੇਕੇ ਹੈ, ਤੇ ਸੱਚਖੰਡ ਜਿਹੜਾ ਹੈ ਪਰਮੇਸ਼ਰ ਦਾ ਘਰ, ਉਹ ਸਾਡੀ ਜੀਵ ਆਤਮਾ ਦਾ ਪੱਕਾ ਘਰ ਹੈ। ਜਿਵੇਂ ਕਿਸੇ ਬੱਚੀ ਦਾ ਪੇਕੇ ਘਰ ਪੱਕਾ ਨਹੀਂ ਹੁੰਦਾ, ਸਹੁਰੇ ਘਰ ਪੱਕਾ ਹੁੰਦਾ ਹੈ। ਪਾਤਸ਼ਾਹ ਦੇ ਇੱਕ ਬਚਨ ਹੈ ਬਾਣੀ ਵਿੱਚ, ਸਹੁਲ ਡੈ ਤਨ ਸਭ ਕੇ ਸਾਂਝੀ, ਪੇਵ ਕੜੈ ਤਨ ਬਖੈ। ਪੇਕਿਆਂ ਵਿੱਚ ਉਸ ਨੂੰ ਕੋਈ ਪੱਕਾ ਰੱਖ ਨਹੀਂ ਸਕਦਾ, ਪੇਕਿਆਂ ਦੇ ਵਿੱਚ ਇਸਤਰੀ ਨੂੰ ਪੱਕਾ ਰਹਿਣਾ ਨਹੀਂ ਮਿਲਦਾ। ਅਖੀਰ ਸਹੁਰਿਆਂ ਦੇ ਘਰ ਵਿੱਚ ਉਹ ਹਰ ਇੱਕ ਚੀਜ਼ ਦੀ ਮਾਲਕਣ ਹੁੰਦੀ ਹੈ। ਸਹੁਰ ਰਹਿ ਕਰ ਸਭ ਕੇ ਸਾਂਝੀ, ਸਹੁਰੇ ਘਰ ਜਦ ਜਾਂਦੀ ਹੈ ਤੇ ਉੱਥੋਂ ਦੇ ਸਾਰੇ ਸਮਾਨ ਦੀ ਸਾਂਝੀ ਵਾਲ ਹੁੰਦੀ ਹੈ, ਮਾਲਕ ਹੁੰਦੀ ਹੈ। ਪਰ ਪੇਕਿਆਂ ਵਿੱਚ ਕੋਈ ਨਹੀਂ ਕਹਿੰਦਾ ਵੀ ਆਹ ਵੀ ਤੇਰੇ, ਆਹ ਵੀ ਤੇਰਾ। ਭਾਵੇਂ ਬਚਪਨ ਵਿੱਚ ਅਣਜਾਣਪੁਣੇ ਵਿੱਚ ਬੱਚੀ ਨੂੰ ਅਸੀਂ ਪਾਲਦੇ ਵੀ ਹਾਂ, ਪਿਆਰ ਵੀ ਦਿੰਦੇ ਹਾਂ, ਬੱਚੀ ਵੀ ਸਮਝਦੀ ਹੈ ਮੇਰੇ ਮਾਂ ਪਿਓ ਦਾ ਘਰ ਹੈ, ਮੇਰੇ ਨਾਨਕਿਆਂ ਦਾ ਘਰ ਹੈ, ਦਾਦਕਿਆਂ ਦਾ ਘਰ ਹੈ। ਪਰ ਇਹਨਾਂ 'ਚੋਂ ਕੋਈ ਵੀ ਉਹਨਾਂ ਨੂੰ ਆਪਣੇ ਕੋਲ ਨਹੀਂ ਰੱਖ ਸਕਦਾ। ਇੱਕ ਉਦਾਹਰਨ ਹੈ। ਇਸੇ ਤਰ੍ਹਾਂ ਹੀ ਅਸੀਂ ਸਾਰੇ ਜੀਵ ਇਸਤਰੀ ਹਾਂ, ਬੱਚੀ ਹਾਂ, ਮਾਤ ਲੋਕ ਪੇਕੇ ਹਨ, ਇੱਥੇ ਅਸੀਂ ਪੈਦਾ ਹੋਏ ਹਾਂ, ਮਨੁੱਖਾ ਜੀਵਨ ਪ੍ਰਾਪਤ ਕੀਤਾ ਹੈ। ਇਹ 'ਚ ਕੋਈ ਸ਼ੱਕ ਨਹੀਂ। ਇੱਥੇ ਸਾਨੂੰ ਬੜਾ ਪਿਆਰ ਮਿਲਿਆ, ਬੜੀਆਂ ਵਸਤੂਆਂ ਮਿਲੀਆਂ ਖੇਡਣ ਵਾਸਤੇ, ਵਰਤਣ ਵਾਸਤੇ, ਖਾਣ ਪੀਣ ਵਾਸਤੇ, ਪਰ ਫਿਰ ਵੀ ਇਹ ਆਪਣਾ ਪੱਕਾ ਘਰ ਨਹੀਂ ਹੈ। ਇਹ ਛੱਡਣਾ ਹੀ ਪੈਣਾ ਇੱਕ ਦਿਨ। ਇਹ ਪੱਕਾ ਨਹੀਂ ਹੈ। ਇੱਥੋਂ ਦਾ ਕੋਈ ਵੀ ਸਮਾਨ ਸਾਡੇ ਨਾਲ ਨਹੀਂ ਜਾਣਾ। ਜਿਵੇਂ ਕੋਈ ਬੱਚੀ ਭਾਵੇਂ ਕਿ ਮਾਂ ਪਿਓ ਦਾਜ ਵਿੱਚ ਬਹੁਤ ਕੁਝ ਦੇ ਦਿੰਦੇ ਨੇ, ਪਰ ਅਸਲੀ ਤਾਂ ਧਨ ਉਸ ਦਾ ਪਤੀ, ਉਸ ਦਾ ਪਰਮੇਸ਼ਰ ਹੁੰਦਾ ਹੈ, ਉਸ ਦਾ ਮਾਲਕ ਹੁੰਦਾ ਹੈ। ਉਹਦੇ ਲਈ ਸਭ ਕੁਝ ਉਹ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਇੱਥੋਂ ਦਾ ਕੋਈ ਵੀ ਸਮਾਨ ਤੇਰੇ ਨਾਲ ਜਾਣ ਵਾਲਾ ਨਹੀਂ ਹੈ। ਤੇਰੇ ਨਾਲ ਜਾਣ ਵਾਲਾ ਕੇਵਲ ਤੇ ਕੇਵਲ ਤੇਰੇ ਪਤੀ ਦਾ ਨਾਮ ਹੈ, ਤੇਰੇ ਪਤੀ ਦਾ, ਪਰਮੇਸ਼ਰ ਦਾ, ਮਾਲਕ ਦਾ ਨਾਮ ਹੈ, ਜਿਹੜਾ ਇੱਥੋਂ ਨਾਲ ਜਾਣਾ ਹੈ ਸਾਡੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜਿਸ ਵੇਲੇ ਬੀਬੀ ਬੀਰੋ ਦੀ ਸ਼ਾਦੀ ਹੋਈ ਤਾਂ ਉਸ ਵੇਲੇ ਇੱਕ ਸ਼ਬਦ ਉਚਾਰਿਆ ਗਿਆ ਉਹਨਾਂ ਸਮਿਆਂ ਦੇ ਵਿੱਚ, ਦੇਹੋ ਦਾਨ ਮੈਂ ਦਾਜੋ। ਚੌਥੇ ਪਾਤਸ਼ਾਹ ਜੀ ਨੇ ਵੀ ਇਹ ਸ਼ਬਦ ਉਚਾਰਿਆ। ਹਰ ਕੱਪੜੋ ਹਰ ਸੋਭਾ ਦੇਵੋ, ਜਿਤ ਸਵਰੈ ਮੇਰਾ ਕਾਜੋ। ਤੇ ਇੱਥੇ ਗੁਰੂ ਬਾਣੀ ਨੇ ਦਾਜ ਵਿੱਚ ਕੀ ਚੀਜ਼ ਮੰਗੀ ਆ? ਜੀਵ ਆਤਮਾ ਨੂੰ ਦਾਜ ਵਿੱਚ ਕੀ ਚੀਜ਼ ਦੇਣੀ ਚਾਹੀਦੀ ਆ? ਪਰਮੇਸ਼ਰ ਦਾ ਨਾਮ। ਜੇ ਬੱਚੀ ਨੂੰ ਕੁਛ ਵੀ ਨਾ ਦਈਏ ਤੇ ਘੱਟੋ ਘੱਟ ਉਹਦਾ ਪਤੀ ਦਾ ਨਾਮ, ਪਤੀ ਉਹਦੇ ਨਾਲ ਹੈ। ਬਸ ਇਹੀ ਤਾਂ ਸਾਰੀ ਕੰਮ ਦੀ ਚੀਜ਼ ਹੈ। ਬਾਕੀ ਸਭ ਆਉਣੀਆਂ ਜਾਣੀਆਂ ਵਸਤੂਆਂ ਹਨ। ਜੇ ਰਜਨੀ ਦੀ ਗੱਲ ਕਰੀਏ ਤੇ ਉਹਦੇ ਬਾਪੂ ਨੇ ਕੁਛ ਵੀ ਨਹੀਂ ਦਿੱਤਾ।
ਔਰ ਗੁੱਸੇ ਦੇ ਵਿੱਚ ਉਸ ਨੂੰ ਜਾਣ ਬੁੱਝ ਕੇ ਕੋਹੜੀ ਨਾਲ ਵਿਆਹ ਦਿੱਤਾ, ਪਿੰਗਲੇ ਨਾਲ ਵਿਆਹ ਦਿੱਤਾ। ਪਰ ਪਰਮੇਸ਼ਰ ਨੇ ਕਿਰਪਾ ਕੀਤੀ ਉਸ ਰਜਨੀ ਤੇ, ਜਿਸ ਨੂੰ ਪਰਮੇਸ਼ਰ ਤੇ ਭਰੋਸਾ ਸੀ ਕਿ ਪਾਲਣ ਵਾਲਾ ਪਰਮੇਸ਼ਰ ਹੈ, ਤੇ ਉਸ ਨੇ ਉਸ ਦੇ ਸੰਸਾਰੀ ਪਤੀ ਨੂੰ ਵੀ ਠੀਕ ਕਰ ਦਿੱਤਾ। ਇਸ ਕਰਕੇ ਪਈ ਅੜੈ ਜਗ ਜੀਵਨ ਦਾਤਾ, ਜਿਨ੍ਹਾਂ ਨੇ ਸੰਸਾਰ ਵਿੱਚ ਰਹਿੰਦਿਆਂ ਹੋਇਆਂ, ਪੇਕੇ ਰੂਪੀ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਉਸ ਮਾਲਕ ਨੂੰ, ਆਪਣੇ ਪਤੀ ਨੂੰ ਪਛਾਣ ਲਿਆ। ਜਗਤ ਨੂੰ ਜੀਵਨ ਦੇਣ ਵਾਲੇ ਦਾਤੇ ਦੀ ਜਾਣਕਾਰੀ ਲੈ ਲਈ, ਗੁਰੂ ਨੂੰ ਮਿਲ ਕੇ ਉਹਨਾਂ ਦਾ ਜੀਵਨ ਸਫਲਾ ਹੋ ਗਿਆ। ਤੇ ਜਿਨ੍ਹਾਂ ਨੇ ਨਹੀਂ ਪਛਾਣਿਆ, ਉਹਨਾਂ ਨੇ ਗੁਰੂ ਪਿਆਰਿਓ ਮਨ ਮੁਖ ਪਤ ਗਵਾਈ, ਆਪਣੀ ਮਨ ਮਤ ਕਰਕੇ ਆਪਣਾ ਜੀਵਨ ਬਰਬਾਦ ਕਰ ਲਿਆ, ਖਰਾਬ ਕਰ ਲਿਆ। ਬਿਨ ਸਤਿਗੁਰ ਕੋ ਮਗ ਨ ਜਾਣੇ, ਗੁਰੂ ਵਿਚੋਲੇ ਤੋਂ ਬਗੈਰ ਪਤੀ ਦੇ ਘਰ ਦਾ ਰਸਤਾ ਨਹੀਂ ਲੱਭਦਾ। ਸੰਸਾਰੀ ਤੌਰ ਤੇ ਬੱਚੇ ਨੂੰ ਵਿਆਹੁਣ ਵਾਸਤੇ ਵੀ ਵਿਚੋਲਾ ਲੱਭਦੇ ਆ, ਜਿਹੜਾ ਦੋਨੇ ਘਰਾਂ ਨੂੰ ਜਾਣਦਾ ਹੋਵੇ, ਉਹ ਹੀ ਮਿਲਾ ਸਕਦਾ ਹੈ। ਇਸੇ ਤਰ੍ਹਾਂ ਹੀ ਦੋਨਾਂ ਘਰਾਂ ਨੂੰ ਜਾਣਨ ਵਾਲਾ ਗੁਰੂ ਨਾਨਕ ਹੈ, ਗੁਰਬਾਣੀ ਹੈ, ਰੱਬ ਦੇ ਪਿਆਰੇ ਹਨ, ਸੰਤ ਮਹਾਂਪੁਰਸ਼ ਹਨ, ਜਿਹੜੇ ਸਾਡੇ ਘਰ ਨੂੰ ਵੀ ਜਾਣਦੇ ਆ ਤੇ ਮਾਲਕ ਦੇ ਘਰ ਨੂੰ ਵੀ ਜਾਣਦੇ ਆ। ਬਸ ਉਹ ਹੀ ਦੋਨਾਂ ਨੂੰ ਮਿਲਾ ਸਕਦੇ ਆ, ਹੋਰ ਕਿਸੇ ਕੋਲੇ ਤਾਕਤ ਨਹੀਂ। ਸਤਿਗੁਰ ਦੇ ਕੋਲੇ ਪਤਾ ਹੈ ਉਸ ਨੂੰ, ਉਹ ਸਾਨੂੰ ਵੀ ਜਾਣਦਾ ਤੇ ਸਾਨੂੰ ਇਹ ਵੀ ਜਾਣਦੇ ਅਸੀਂ ਆਏ ਕਿੱਥੋਂ, ਤੇ ਉੱਥੇ ਸਾਨੂੰ ਵਾਪਸ ਲੈ ਕੇ ਜਾਣ ਵਾਲਾ ਉਹ ਸਤਿਗੁਰ ਹੈ, ਹਰੀ ਹੈ, ਜਿਸ ਦੀ ਕਿਰਪਾ ਸਦਕਾ ਅਸੀਂ ਆਪਣੇ ਘਰ ਨੂੰ ਜਾਣ ਸਕਦੇ ਹਾਂ। ਬਿਨ ਸਤਿਗੁਰ ਕੋ ਮਗ ਨ ਜਾਣੈ, ਅੰਧੇ ਠੌਰ ਨ ਕਾਈ, ਗੁਰੂ ਤੋਂ ਬਗੈਰ ਕਿਸੇ ਨੂੰ ਰਸਤਾ ਨਹੀਂ ਲੱਭਦਾ। ਗੁਰੂ ਵਾਲੇ ਬਣਨਾ ਬੜਾ ਜ਼ਰੂਰੀ ਹੈ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਜਾਂ ਕੀ ਕੋਈ ਨਾ ਮੇਟੈ ਦਾਤ। ਗੁਰੂ ਦੀ ਟੇਕ, ਗੁਰੂ ਦਾ ਆਸਰਾ ਲੈ ਕੇ ਜੀਵਨ ਬਤੀਤ ਕਰੋ, ਉਹਦੀ ਦਿੱਤੀ ਦਾਤ ਨੂੰ ਕੋਈ ਖੋਹ ਨਹੀਂ ਸਕਦਾ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਬਿਨ ਸਤਿਗੁਰ ਕੋ ਮਗ ਨ ਜਾਣੈ, ਅੰਧੇ ਠੌਰ ਨ ਕਾਈ, ਹਰ ਸੁਖ ਦਾਤਾ ਮਨ ਨਹੀਂ ਵਸਿਆ, ਅੰਤ ਗਿਆ ਪਛਤਾਈ। ਔਰ ਜਿਨ੍ਹਾਂ ਨੇ ਗੁਰੂ ਨੂੰ ਨਹੀਂ ਮਿਲਣਾ ਕੀਤਾ, ਉਹਨਾਂ ਨੇ ਅੰਨਿਆਂ ਦੀ ਤਰ੍ਹਾਂ ਜੀਵਨ ਬਤੀਤ ਕਰ ਲਿਆ, ਜਿਵੇਂ ਅੰਨੇ ਰਾਹ ਨਹੀਂ ਦਿਸਦਾ। ਇੱਥੇ ਅੱਖਾਂ ਕਰਕੇ ਅੰਨੇ ਦੀ ਗੱਲ ਨਹੀਂ ਕੀਤੀ। ਅੰਧੇ ਸੇ ਨਾ ਆਖੀਐ, ਜਿਨ ਮੁਖ ਲੋਏ ਨ ਨਾਹੇ, ਅੰਧੇ ਸੇਈ ਨਾਨਕਾ ਜੇ ਖਸਮੋ ਘੁੱਥੇ ਜਾਹੇ। ਜਿਹੜੇ ਮਾਲਕ ਤੋਂ ਖਾਲੀ ਚਲੇ ਜਾਂਦੇ ਆ, ਅੰਨੇ ਉਹ ਹੈ ਅਸਲ ਦੇ ਵਿੱਚ, ਉਹ ਅੰਨੇ ਨਹੀਂ ਜਿਨ੍ਹਾਂ ਦੇ ਅੱਖਾਂ ਨਹੀਂ। ਬਹੁਤ ਸਾਰੇ ਸਾਡੇ ਕੋਲ ਸੂਰਮੇ ਸਿੰਘ ਹੈ ਜਿਨ੍ਹਾਂ ਦੀਆਂ ਅੱਖਾਂ ਕੰਮ ਨਹੀਂ ਕਰਦੀਆਂ, ਪਰ ਗੁਰਬਾਣੀ ਕਿਤਨੀ ਉਹਨਾਂ ਦੇ ਚੇਤੇ ਹੈ, ਕਿਤਨਾ ਭਜਨ ਕਰਦੇ ਆ, ਉਹਨਾਂ ਦੀ ਆਤਮਾ ਦੀਆਂ ਅੱਖਾਂ ਤਾਂ ਆ ਗਈਆਂ ਨਾ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਮਨਮੁਖਾਂ ਨੇ ਅੰਨਿਆਂ ਦੀ ਤਰ੍ਹਾਂ ਜੀਵਨ ਬਤੀਤ ਕਰ ਦਿੱਤਾ। ਅੰਧੇ ਠੌਰ ਨ ਕਾਈ, ਹਰ ਸੁਖ ਦਾਤਾ ਮਨ ਨਹੀਂ ਵਸਿਆ। ਜਿਨ੍ਹਾਂ ਨੇ ਉਸ ਹਰੀ ਨੂੰ, ਸੁਖ ਦੇਣ ਵਾਲੇ ਹਰੀ ਸੁਖਦਾਤੇ ਨੂੰ ਹਿਰਦੇ ਵਿੱਚ ਨਹੀਂ ਵਸਾਇਆ, ਅੰਤ ਗਿਆ ਪਛਤਾਈ। ਉਹ ਖਾਲੀ ਚਲੇ ਜਾਣਗੇ, ਪਛਤਾਉਂਦੇ ਜਾਣਗੇ। ਪਈ ਅੜੈ ਜਗ ਜੀਵਨ ਦਾਤਾ, ਗੁਰਮਤਿ ਮਨ ਵਸਾਇਆ। ਤਾਂ ਤੇ ਜਗਤ ਨੂੰ ਜੀਵਨ ਦੇਣ ਵਾਲੇ ਸਾਡੇ ਮਾਲਕ ਨੂੰ ਕਿਵੇਂ ਜਾਣੀਏ? ਇਹਨਾਂ ਪੇਕਿਆਂ ਵਿੱਚ ਰਹਿੰਦੇ ਹੋਏ ਹੀ ਉਸ ਮਾਲਕ ਨੂੰ ਜਾਣੀਏ। ਕੱਲ ਨੂੰ ਸਰੀਰ ਛੱਡ ਕੇ ਜਾਵਾਂਗੇ ਤੇ ਮਾਲਕ ਸਾਨੂੰ ਆਪਦੇ ਘਰੇ ਲੈ ਜਾਊਗਾ। ਜਿਵੇਂ ਕੋਈ ਬੱਚਾ ਬੱਚੀ ਨੂੰ ਵਿਆਹ ਕਰਕੇ ਆਪਣੇ ਘਰ ਲੈ ਜਾਂਦਾ ਹੈ, ਬੱਚੀ ਨੂੰ ਕੋਈ ਪਤਾ ਨਹੀਂ ਕਿ ਮੇਰੇ ਮਾਲਕ ਦਾ ਘਰ ਕਿੱਥੇ ਹੈ, ਪਰ ਮਾਲਕ ਨੂੰ ਪਤਾ ਕਿ ਮੇਰਾ ਘਰ ਕਿੱਥੇ ਹੈ, ਤਾਂ ਤੇ ਉਹ ਬੱਚੀ ਨੂੰ ਵੀ ਆਪਣੇ ਦੇਸ਼ ਲੈ ਜਾਂਦਾ ਹੈ। ਉਸੇ ਤਰ੍ਹਾਂ ਹੀ ਇਹ ਜੀਵ ਆਤਮਾ ਜਦ ਇੱਥੇ ਮਾਲਕ ਨੂੰ ਯਾਦ ਕਰੇਗੀ ਤੇ ਅਖੀਰ ਇਹ ਮਾਲਕ ਉਹਨੂੰ ਆਪਣੇ ਘਰ ਲੈ ਜਾਵੇਗਾ। ਜਦ ਅਸੀਂ ਉਹਦੇ ਲੜ ਲੱਗਾਂਗੇ, ਉਹਦਾ ਪੱਲਾ ਫੜਾਂਗੇ। ਜਿਸ ਤਰ੍ਹਾਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ 'ਚੋਂ ਉਹਨਾਂ ਕੈਦੀਆਂ ਨੂੰ ਕੱਢ ਲਿਆਏ ਜਿਨ੍ਹਾਂ ਨੇ ਉਹਨਾਂ ਦਾ ਪੱਲਾ ਫੜਿਆ, ਜਿਨ੍ਹਾਂ ਨੇ ਉਹਨਾਂ ਦੇ ਲੜ ਲੱਗਣਾ ਕੀਤਾ। ਉਹ ਇੱਕ ਉਦਾਹਰਨ ਹੈ। ਜਿਵੇਂ ਗੁਰੂ ਇੱਥੋਂ ਸਾਨੂੰ ਕੈਦ 'ਚੋਂ ਛੁਡਾ ਸਕਦਾ, ਇੱਥੇ ਹੀ ਇਵੇਂ ਹੀ ਮਾਤ ਲੋਕ ਦੇ ਇਸ ਜੀਵਨ ਦੀ ਕੈਦ 'ਚੋਂ ਵੀ ਕੱਢ ਕੇ ਲਿਜਾ ਸਕਦਾ, ਇੰਨੀ ਤਾਕਤ ਰੱਖਦਾ ਹੈ। ਇਸ ਕਰਕੇ ਜਿਨ੍ਹਾਂ ਨੇ ਗੁਰਮਤਿ ਨੂੰ ਲੈ ਕੇ, ਗੁਰੂ ਦੀ ਮੱਤ ਨੂੰ ਲੈ ਕੇ, ਗੁਰਮਤਿ ਮਤਲਬ ਗੁਰੂ ਦੀ ਮੱਤ ਲੈ ਕੇ, ਆਪਣੀ ਮਨ ਦੀ ਮੱਤ ਛੱਡ ਕੇ
ਗੁਰੂ ਦੀ ਮੱਤ ਅਨੁਸਾਰ ਚੱਲਣਾ ਕੀਤਾ, ਉਹਨਾਂ ਨੂੰ ਮਾਲਕ ਦੀ ਪ੍ਰਾਪਤੀ ਹੋ ਗਈ, ਉਹ ਮਾਲਕ ਦੇ ਬਣ ਗਏ। ਤੇ ਉਹਨਾਂ ਬਾਰੇ ਹੀ ਸ਼ਾਇਦ ਬਾਬਾ ਫਰੀਦ ਜੀ ਲਿਖਦੇ ਨੇ, ਆਪ ਸਵਾਰੇ ਮੈਂ ਮਿਲੈ ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਜਦੋਂ ਮਾਲਕ ਵਾਲੇ ਬਣ ਗਏ ਤੇ ਜਿਹੜਾ ਮਾਲਕ ਦਾ ਸਮਾਨ ਹੈ ਉਹ ਉਸ ਦੇ ਸੇਵਕ ਦਾ ਵੀ ਸਮਾਨ ਹੋ ਗਿਆ। ਜਿਵੇਂ ਕਿਸੇ ਮਨੁੱਖ ਦੇ ਹਿੱਸੇ ਦਾ ਸਾਰਾ ਸਮਾਨ ਉਹਦੀ ਮਾਲਕਨ ਇਸਤਰੀ ਬਣ ਗਈ, ਕੋ ਸਤਨਾਮ ਸੀ, ਔਰ ਉਸ ਨੂੰ ਉਸ ਦਾ ਹੱਕ ਦੇਣਾ ਹੀ ਪੈਂਦਾ। ਇਸੇ ਤਰ੍ਹਾਂ ਹੀ ਪਰਮੇਸ਼ਰ ਦੇ ਨਾਲ ਲੱਗ ਜਾਈਏ ਤੇ ਪਰਮੇਸ਼ਰ ਦਾ ਇਹ ਸੰਸਾਰ ਵੀ ਸਾਡਾ ਹੋ ਜਾਣਾ। ਪਰ ਸਾਨੂੰ ਸਮਰਪਣ ਕਰਨਾ ਪੈਣਾ ਪਰਮੇਸ਼ਰ ਨੂੰ, ਗੁਰੂ ਨੂੰ। ਜਿੰਨਾ ਚਿਰ ਸਮਰਪਣ ਨਹੀਂ ਹੁੰਦੇ ਉਹਨਾਂ ਚਿਰ ਸਾਡਾ ਕੁਝ ਨਹੀਂ ਬਣਨਾ। ਮੇਰੇ ਪ੍ਰੀਤਮ ਜੀ ਕਹਿੰਦੇ, ਜਿਨ੍ਹਾਂ ਨੇ ਇੱਥੇ ਰਹਿੰਦਿਆਂ ਹੋਇਆਂ, ਮਾਤ ਲੋਕ ਵਿੱਚ ਰਹਿੰਦਿਆਂ ਹੋਇਆਂ ਉਸ ਹਰੀ ਨੂੰ, ਜਗਜੀਵਨ ਨੂੰ ਹਿਰਦੇ ਵਿੱਚ ਵਸਾ ਲਿਆ, ਉਹਨਾਂ ਦਾ ਭਲਾ ਹੋ ਗਿਆ, ਉਹਨਾਂ ਨੂੰ ਦਾਤਾ ਮਿਲ ਗਿਆ। ਇਹ ਵੀ ਵੱਡੇ ਭਾਗਾਂ ਦੀ ਨਿਸ਼ਾਨੀ ਹੈ, ਜਿਨ੍ਹਾਂ ਧੁਰੋਂ ਹੀ ਮੱਥੇ ਦੇ ਵਿੱਚ ਲਿਖਿਆ ਤਿੰਨਾਂ ਨੂੰ ਦਾਤਾ ਆਣ ਮਿਲਿਆ। ਜਿਨ੍ਹਾਂ ਦੇ ਵੱਡੇ ਭਾਗ ਹਨ ਉਹਨਾਂ ਨੂੰ ਪਾਤਸ਼ਾਹ ਮਿਲ ਗਏ। ਇਸ ਕਰਕੇ ਹਰ ਸੁਖ ਦਾਤਾ ਮਾਨੀ ਵਸਿਆ, ਅੰਤ ਗਿਆ ਪਛਤਾਈ, ਪਈ ਅੜੇ ਜਗ ਜੀਵਨ ਦਾਤਾ, ਗੁਰਮਤ ਮਨ ਵਸਾਇਆ। ਅਨ ਦਿਨ ਭਗਤ ਕਰੇ ਦਿਨ ਰਾਤੀ, ਹਉਮੈ ਮੋਹ ਚੁਕਾਇਆ। ਜਿਨ੍ਹਾਂ ਨੇ ਆਪਣੀ ਅੰਦਰੋਂ ਹਉਮੈ ਨੂੰ ਤੇ ਸੰਸਾਰ ਦੇ ਚੱਲ ਅਚਲ ਮਾਇਆ ਚੋਂ ਮੋਹ ਕੱਢ ਲਿਆ, ਜਿਨ੍ਹਾਂ ਨੇ ਸੰਸਾਰ ਦੀ ਚੱਲ ਅਚਲ ਚੱਲਦੀ ਹੈ, ਧੀਆਂ ਪੁੱਤਰ, ਰਿਸ਼ਤੇਦਾਰ, ਸਾਕ ਸੰਬੰਧੀ, ਮਿੱਤਰ, ਇਹ ਚੱਲ ਮੋਹ ਤੇ ਅਚਲ ਸੰਪਤੀ, ਘੱਡੀਆਂ ਮੋਟਰਾਂ, ਕਾਰਾਂ, ਕੋਠੀਆਂ, ਜ਼ਮੀਨ ਜਾਇਦਾਦਾਂ, ਸੰਪਤੀ ਆਦਿ, ਇਹ ਹੈ ਅਚਲ ਜਾਇਦਾਦ। ਇਹਨਾਂ ਦੋਵਾਂ ਚੀਜ਼ਾਂ ਦਾ ਮੋਹ ਮਨੁੱਖ ਨੂੰ ਪਿਆ ਹੋਇਆ ਹੈ। ਤੇ ਜਿਨ੍ਹਾਂ ਨੇ ਇਸ ਮੋਹ ਨੂੰ ਕੱਢ ਕੇ ਪਰਮੇਸ਼ਰ ਨਾਲ ਜੁੜਨਾ ਕੀਤਾ, ਕਹਿਣ ਲੱਗੇ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ। ਉਹ ਰੋਜ਼ਾਨਾ ਉਹਦੀ ਭਗਤੀ ਵਿੱਚ ਲੱਗੇ ਰਹਿੰਦੇ ਹਨ। ਅਣ ਦਿਨ ਭਗਤ ਕਰੋ ਦਿਨ ਰਾਤੀ, ਹਉਮੈ ਮੋਹ ਚੁਕਾਇਆ। ਜਿਸਿਓ ਰਾਤਾ ਤੈਸੋ ਹੋਵੇ, ਹਰ ਕਾ ਸੇਵਕ ਸੋ ਹਰ ਜਿਹਾ। ਜਿਸ ਦੇ ਨਾਲ ਇਹ ਜੁੜ ਗਿਆ ਮਨੁੱਖ, ਉਹੇ ਜਿਹਾ ਹੀ ਹੋ ਜਾਂਦਾ। ਜੈਸੀ ਸੰਗਤ ਵੈਸੀ ਰੰਗਤ, ਜਿਹੋ ਜੀ ਸੰਗਤ ਕਰਦਾ ਉਹੋ ਜਿਹਾ ਰੰਗ ਚੜ ਜਾਂਦਾ। ਜਿਸਿਓ ਰਾਤਾ ਤੈਸੋ ਹੋਵੇ, ਸੱਚੇ ਸੱਚ ਸਮਾਇਆ। ਜੇ ਸੱਚ ਨਾਲ ਜੁੜ ਜਾਂਦਾ, ਸੱਚ ਨਾਲ ਰੰਗਿਆ ਜਾਂਦਾ ਤੇ ਫਿਰ ਸੱਚਾ ਹੋ ਜਾਂਦਾ। ਇਸ ਕਰਕੇ ਪ੍ਰੀਤਮ ਜੀ ਕਹਿੰਦੇ, ਅਸੀਂ ਉਸ ਪਰਮੇਸ਼ਰ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗਣਾ ਕਰੀਏ। ਜਿਨ੍ਹਾਂ ਨੇ ਉਸ ਮਾਲਕ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ, ਉਹਨਾਂ ਨੂੰ ਮਾਲਕ ਨੇ ਆਪਣੇ ਵਿੱਚ ਵਲਾ ਲਿਆ। ਉਹਨਾਂ ਦੇ ਅੰਦਰੋਂ ਹੰਕਾਰ ਦੀ ਤੇ ਮੋਹ ਦੀ, ਅਗਿਆਨਤਾ ਦੀ ਅਵਿਦਿਆ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਗਿਆਨ ਦਾ ਚਾਨਣ ਹੋ ਜਾਂਦਾ ਹੈ, ਔਰ ਵਾਹਿਗੁਰੂ ਦੇ ਨਾਲ ਮਿਲ ਕੇ ਉਹ ਪੁਰਸ਼ ਦਾ ਚਿੱਤ ਰਾਤਾ ਰੰਗਿਆ ਜਾਂਦਾ ਹੈ ਅਤੇ ਅਖੀਰ ਉਸ ਅਕਾਲ ਪੁਰਖ ਦਾ ਹੀ ਸਰੂਪ ਹੋ ਜਾਂਦਾ ਹੈ, ਉਸ ਨੂੰ ਆਪਣੇ ਵਿੱਚ ਸਮਾ ਲੈਂਦਾ ਹੈ। ਆਪ ਸਵਾਰੇ ਮੈਂ ਮਿਲੈ ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਉਹਨਾਂ ਨੂੰ ਮਾਲਕ ਆਪਣੇ ਵਿੱਚ ਸਮਾ ਲੈਂਦਾ ਹੈ, ਆਪ ਦਾ ਰੂਪ ਹੀ ਦੇ ਦਿੰਦਾ, ਜਿਵੇਂ ਗੁਰੂਆਂ ਨੇ ਕੀਤਾ। ਗੁਰੂ ਨਾਨਕ ਦੇਵ ਜੀ ਨੇ ਜਿਸ ਤਰ੍ਹਾਂ ਭਾਈ ਲਹਿਣਾ ਜੀ ਨੇ ਆਪਣਾ ਸਭ ਕੁਝ ਖਤਮ ਕਰਕੇ ਆਪਣੀ ਸੋਚ ਨੂੰ ਵੀ ਖਤਮ ਕਰ ਦਿੱਤਾ। ਜੋ ਗੁਰੂ ਕਹਿੰਦਾ ਉਹ ਸੱਤ ਹੈ। ਆਪਣੀ ਸੋਚ ਨੂੰ ਵੀ ਖਤਮ ਕਰਕੇ ਪਰਮੇਸ਼ਰ ਨਾਲ, ਗੁਰੂ ਨਾਨਕ ਨਾਲ ਜੁੜਨਾ ਕੀਤਾ। ਤੇ ਗੁਰੂ ਨਾਨਕ ਨੇ ਲਹਿਣਾ ਜੀ ਨੂੰ ਆਪਣਾ ਹੀ ਰੂਪ ਬਣਾ ਕੇ ਅੰਗਦ ਨਾਮ ਦਿੱਤਾ ਕਿ ਤੈਨੂੰ ਮੈਂ ਆਪਣੇ ਅੰਗ ਚੋਂ ਪੈਦਾ ਕੀਤਾ ਹੈ, ਇਸ ਕਰਕੇ ਤੂੰ ਅੰਗਦ ਹੋਇਆ। तो गुरु अंगद देव जी महाराज दूसरे रूप गुरु नानक जी का ही रूप हो गए। इस करके जी की संगत करते हाँ उहे जे हो जाने हाँ। तो ये गुरु दे विच ताकत है। वैसे गुरु नानक तो पहला बहुत सारे गुरु होए दुनिया दे विच, अवतार भी होए, पर उन्होंने अपने
ਚਾਹੁਣ ਵਾਲਿਆਂ ਨੂੰ, ਆਪਣੇ ਸਿਮਰਨ ਵਾਲਿਆਂ ਨੂੰ ਆਪਣੇ ਵਰਗਾ ਨਹੀਂ ਬਣਾਇਆ। ਇਹ ਗੁਰੂ ਨਾਨਕ ਨੇ ਕਿਰਪਾ ਕੀਤੀ, ਸਿੱਖ ਨੂੰ ਆਪਣਾ ਹੀ ਰੂਪ ਦੇ ਦਿੱਤਾ। 10ਵੇਂ ਜਾਮੇ ਵਿੱਚ ਜਾ ਕੇ ਤਾਂ ਸਤਿਗੁਰਾਂ ਨੇ ਸਪਸ਼ਟ ਹੀ ਕਰ ਦਿੱਤਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਉ ਕਰੋ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਣ ਕੋ ਪ੍ਰਾਣ, ਖਾਲਸਾ ਮੇਰੋ ਮੁਖ ਹੈ ਅੰਗਾ, ਖਾਲਸੇ ਕੇ ਹਉ ਸਤ ਸਤ ਸੰਗਾ, ਜਵਲਾ ਖਾਲਸਾ ਰਹੇ ਨਿਆਰਾ, ਤਵ ਲਗ ਤੇਜ ਦਿਓ ਮੈਂ ਸਾਰਾ, ਜਾਵੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਤੋ ਇਸ ਕਰ ਜਦੋਂ ਅਸੀਂ ਮਾਲਕ ਨਾਲ ਜੁੜਾਂਗੇ, ਗੁਰੂ ਦੇ ਅਨੁਸਾਰ ਚੱਲਾਂਗੇ, ਤੇ ਗੁਰੂ ਸਾਨੂੰ ਆਪਦਾ ਹੀ ਰੂਪ ਦੇ ਕੇ ਪਰਮੇਸ਼ਰ ਵਿੱਚ ਮਿਲਾ ਦਿੰਦਾ ਹੈ। ਅੱਗੇ ਲਿਖਦੇ ਹਨ, ਆਪੇ ਨਦਰ ਕਰੇ ਭਾਉ ਲਾਏ, ਗੁਰ ਸ਼ਬਦੀ ਵਿਚਾਰ। ਜਦੋਂ ਸਿੱਖ ਵੀ ਗੁਰਮਤਿ ਅਨੁਸਾਰ ਚੱਲਦਾ ਹੈ ਤੇ ਫਿਰ ਗੁਰੂ ਵੀ ਖੁਸ਼ੀ 'ਚ ਆ ਜਾਂਦਾ ਹੈ। ਇੱਕ ਦਿਨੋਂ ਸਿੱਖ ਤੇ ਕਿਰਪਾ ਦ੍ਰਿਸ਼ਟੀ ਪਾਉਂਦਾ ਹੈ। ਆਪੇ ਨਦਰ ਕਰੇ ਭਾਵ ਨਿਸ਼ਕਾਮ ਕਰਮ ਕਰਨ ਵਾਲੇ ਪੂਰਬਲੇ ਪੁੰਨਾਂ ਦਾ ਪ੍ਰੇਰਿਆ ਹੋਇਆ ਕਿਰਪਾ ਦ੍ਰਿਸ਼ਟੀ ਕਰਦਾ ਜਦੋਂ ਪਰਮੇਸ਼ਰ ਉਸ ਤੇ। ਚੰਗੇ ਭਾਗਾਂ ਦੀ ਨਿਸ਼ਾਨੀ ਹੈ, ਬਡਭਾਗੀ ਸਤਸੰਗਤ ਪਾਵੈ, ਭਾਗਹੀਣ ਭਰਮ ਚੋਟਾਂ ਖਾਵੈ, ਬਿਨ ਭਾਗਾ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਜਦੋਂ ਇਸ ਦੇ ਉੱਤੇ ਪਰਿਪੂਰਨ ਪਰਮੇਸ਼ਰ ਪਰਮਾਤਮਾ ਕਿਰਪਾ ਕਰਦਾ ਹੈ, ਆਪੇ ਨਦਰ ਕਰੇ ਭਾਉ ਲਾਏ, ਗੁਰ ਸ਼ਬਦੀ ਵਿਚਾਰ। ਗੁਰੂ ਦੇ ਸ਼ਬਦ ਦੀ ਵਿਚਾਰ ਫਿਰ ਸਮਝ ਆਉਂਦੀ ਹੈ ਕਿ ਗੁਰਬਾਣੀ ਕਹਿੰਦੀ ਕੀ ਹੈ। ਗੁਰੂ ਦੇ ਸ਼ਬਦ ਦੀ ਫਿਰ ਵਿਚਾਰ ਆਉਂਦੀ ਹੈ, ਉਹ ਵੀ ਕਿਰਪਾ ਦ੍ਰਿਸ਼ਟੀ ਤੋਂ ਬਗੈਰ ਨਹੀਂ ਆਉਂਦੀ। ਪਾਤਸ਼ਾਹ ਦਾ ਬਚਨ ਹੈ ਨਾ, ਬਾਣੀ ਬਿਰਲੋ ਵਿਚਾਰਸੀ, ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਪੁਰਖ ਕੀ ਨਿਜ ਕਰ ਵਾਸਾ ਹੋਏ। ਇਹ ਮਹਾਪੁਰਖ ਪਰਮੇਸ਼ਰ ਦੀ ਬਾਣੀ ਹੈ, ਤੇ ਜਿਨ੍ਹਾਂ ਨੂੰ ਇਸ ਬਾਣੀ ਦੀ ਸਮਝ ਆ ਗਈ ਉਹ ਪਰਮੇਸ਼ਰ ਵਿੱਚ ਮਿਲ ਗਏ। ਪ੍ਰੀਤਮ ਜੀ ਕਹਿੰਦੇ, ਆਪੇ ਨਦਰ ਕਰੇ ਭਾਉ ਲਾਏ, ਗੁਰ ਸ਼ਬਦੀ ਵਿਚਾਰ, ਸਤਿਗੁਰ ਸੇਵਿਆ ਸਹਿਜ ਉਪਜੈ। ਜਦੋਂ ਗੁਰਬਾਣੀ ਦੀ ਸਮਝ ਆਈ ਤੇ ਮਨੁੱਖ ਨੇ ਉਸ ਮੁਤਾਬਕ ਚੱਲਣਾ ਕੀਤਾ, ਤੇ ਉਹਦੇ ਅੰਦਰ ਉਹ ਸਹਿਜ ਅਵਸਥਾ ਜਿਸ ਨੂੰ ਦੁਨੀਆ ਲੱਭਦੀ ਫਿਰਦੀ ਹੈ, ਉਹਨਾਂ ਨੂੰ ਉਹ ਸਹਿਜੇ ਮਿਲ ਗਈ। ਜਿਸ ਤਰ੍ਹਾਂ ਭਗਤ ਨਾਮਦੇਵ ਜੀ ਦੀ ਗੱਲ ਕਰੀਏ, ਗੁਰੂ ਪਿਆਰਿਓ, ਜਿਸ ਵੇਲੇ ਉਹਨਾਂ ਦੇ ਸੁੰਦਰ ਘਰ ਨੂੰ ਅੱਗ ਲੱਗ ਗਈ ਔਰ ਆਂਢੀਆਂ ਗੁਆਂਢੀਆਂ ਨੇ ਕੋਸ਼ਿਸ਼ ਕਰਕੇ ਅੱਗ ਬੁਝਾਉਣੀ ਕੀਤੀ, ਪਰ ਕਾਫੀ ਘਰ ਦਾ ਨੁਕਸਾਨ ਹੋ ਗਿਆ ਤੇ ਕਾਫੀ ਦਾ ਸਮਾਨ ਬਚਾਉਣਾ ਵੀ ਕੀਤਾ ਵਿੱਚੋਂ ਕੱਢ ਕੇ। ਤੇ ਨਾਲ ਹੀ ਉਹਨਾਂ ਨੇ ਇੱਕ ਮਨੁੱਖ ਨੂੰ ਭਜਾਇਆ ਵੀ ਜਾ ਭੱਜ ਕੇ ਨਾਮਦੇਵ ਨੂੰ ਸੱਦ ਕੇ ਲਿਆਓ, ਮੰਦਿਰ 'ਚ ਬੈਠੇ ਹੋਣੇ ਆ। ਤੇ ਇੱਕ ਮਨੁੱਖ ਭੱਜਿਆ ਮੰਦਿਰ 'ਚ ਗਿਆ, ਭਗਤ ਜੀ ਭਗਤ ਜੀ ਭਗਤ ਜੀ। ਕਹਿੰਦੇ ਕੀ ਹੋ ਗਿਆ? ਇਹ ਆਵਾਜ਼ਾਂ ਮਾਰਦਾ, ਭਗਤ ਜੀ ਚਲੋ ਘਰੇ ਚਲੋ। ਭਗਤ ਜੀ ਕਹਿੰਦੇ ਕੀ ਹੋ ਗਿਆ? ਕਹਿੰਦੇ ਤੁਹਾਡੇ ਘਰ ਨੂੰ ਅੱਗ ਲੱਗ ਗਈ। ਕਹਿੰਦੇ ਫਿਰ ਕੀ ਹੋ ਗਿਆ? ਕਹਿੰਦੇ ਮਹਾਰਾਜ ਘਰੇ ਚੱਲੋ। ਤੇ ਭਗਤ ਜੀ ਸ਼ਬਦ ਗਾ ਰਹੇ ਸੀ, ਭਜਨ ਬੰਦਗੀ ਕਰ ਰਹੇ ਸੀ, ਉੱਠ ਕੇ ਤੁਰ ਪਏ। ਜਦ ਘਰ ਦੇ ਕੋਲ ਆਏ ਤੇ ਕੀ ਵੇਖਦੇ ਆ, ਬੱਚੇ ਬਾਹਰ ਬੈਠੇ ਆ, ਕੋਈ ਸਮਾਨ ਗੁਆਂਢੀਆਂ ਨੇ ਬਚਾ ਕੇ ਬਾਹਰ ਕੱਢਿਆ ਔਰ ਅੱਗ ਹਜੇ ਮੱਚ ਰਹੀ ਆ ਥੋੜੀ ਥੋੜੀ। ਤੇ ਭਗਤ ਜੀ ਨੇ ਉਹ ਬਚਿਆ ਹੋਇਆ ਸਮਾਨ ਅੱਗ ਵਿੱਚ ਸਿੱਟਣਾ ਕੀਤਾ, ਚੱਕ ਚੱਕ ਕੇ ਸਿੱਟਣ ਲੱਗੇ। ਗੁਆਂਢੀ ਰੋਕਦੇ ਹਨ ਔਰ ਭਗਤ ਜੀ ਕਹਿੰਦੇ ਹਨ, ਝੌਂਪੜੀ ਘਰ ਵੀ ਤੂੰ ਸਾਂਭ ਲਿਆ, ਸਮਾਨ ਵੀ ਤੂੰ ਸਾਂਭ। ਜਦੋਂ ਰਸਤੇ ਵਿੱਚ ਤੁਰੇ ਆ ਰਹੇ ਸੀ ਨਾ, ਤੇ ਜਿਹੜਾ ਸੱਦਣ ਗਿਆ ਉਹ ਬੜਾ ਕਾਹਲਾ ਸੀ। ਉਹ ਕਹਿੰਦਾ ਛੇਤੀ ਚੱਲੋ ਛੇਤੀ ਚੱਲੋ। ਭਗਤ ਜੀ ਕਹਿੰਦੇ ਯਾਰ ਮੱਚਦਾ ਮੱਚੇ, ਮੈਂ ਤਾਂ ਹੌਲੀ ਜਾਊਂਗਾ। ਸਹਿਜ ਅਵਸਥਾ ਜਿੰਨਾ ਲੱਭੀ ਰੱਬ ਤਿੰਨਾਂ ਦੀ ਬੁੱਕਲੇ, ਜੰਗਲ ਵੇਲੇ ਦੇ ਵਿੱਚ ਜਾਣਾ ਵਾਧੂ ਕੰਮ ਸ਼ੁਦਾਦਾ ਹੈ। ਭਾਈ ਨੰਦ ਲਾਲ ਜੀ ਗੋਇਆ ਦੇ ਬਚਨ ਹਨ ਔਰ ਗੁਰਬਾਣੀ ਦੇ ਬਚਨ ਹਨ, ਸਹਿਜੈ ਨੋ ਸਭ ਲੋਚਦੀ, ਬਿਨ ਗੁਰ ਪਾਇਆ ਨਾ ਜਾਏ। ਇਹ ਸਹਿਜ ਅਵਸਥਾ ਸ਼ਾਂਤੀ ਲੱਭਦੇ ਸਾਰੇ ਫਿਰਦੇ ਐ, ਪਰ ਗੁਰੂ ਤੋਂ ਬਗੈਰ ਸਮਝ ਨਹੀਂ ਆਉਂਦੀ ਇਸ ਗੱਲ ਦੀ। ਸਤਿਗੁਰ ਸੇਵਿਆ ਸਹਿਜ ਉਪਜੈ, ਹਉਮੈ ਤ੍ਰਿਸ਼ਨਾ ਮਾਰ। ਪਰ ਜਦੋਂ ਗੁਰੂ ਮਿਲਦਾ ਹੈ, ਗੁਰੂ ਦੀ ਕਿਰਪਾ ਹੁੰਦੀ ਹੈ,
ਤਾਂ ਸਤਿਗੁਰ ਦੀ ਸੇਵਾ ਕਰਦਿਆਂ ਜੀਵ ਦੇ ਵਿੱਚ ਸਹਿਜ ਅਵਸਥਾ ਆ ਜਾਂਦੀ ਆ। ਸਤਿਗੁਰ ਸੇਵੇ ਹੈ, ਸਤਿਗੁਰ ਦੀ ਸੇਵਾ ਕਰਦੇ ਆ। ਜਿਵੇਂ ਖੁਦ ਅਮਰਦਾਸ ਮਹਾਰਾਜ ਜੀ ਨੇ ਵੀ ਸੇਵਾ ਕੀਤੀ ਆ, 12 ਸਾਲ ਪਾਣੀ ਢੋਇਆ, ਗੁਰੂ ਘਰ ਦੇ ਵਿੱਚ ਸੇਵਾ ਕੀਤੀ ਆ। ਦੇਖ ਲਓ, ਅਸੀਂ ਸਾਡੀ ਜਵਾਨੀ ਦੀ ਉਮਰ ਵਿੱਚ ਉਹਨਾਂ ਪਾਣੀ ਅਸੀਂ ਮੋਢੇ ਤੇ ਨਹੀਂ ਚੱਕ ਸਕਦੇ ਜਿਹੜੀ ਗਾਗਰ ਉਹਨਾਂ ਨੇ 60-65 ਸਾਲ ਦੀ ਉਮਰ ਦੇ ਵਿੱਚ ਚੱਕੀ ਆ। ਤੇ ਰੋਜ਼ਾਨਾ ਬਿਆਸਾ ਤੋਂ ਜਲ ਭਰ ਕੇ ਲੈਣਾ ਹੈ, ਗੁਰੂ ਘਰ ਲੈ ਕੇ ਆਉਣਾ। ਅੰਮ੍ਰਿਤ ਵੇਲੇ ਪਹਿਲਾਂ ਸਤਿਗੁਰਾਂ ਦਾ ਇਸ਼ਨਾਨ ਕਰਾਉਣਾ ਤੇ ਫਿਰ ਦਿਨੇ ਵੀ ਲੰਗਰ ਦੇ ਲਈ ਪਾਣੀ ਲਿਆਉਂਦੇ ਰਹਿਣਾ। ਉਹਨਾਂ ਨੇ ਸਤਿਗੁਰ ਦੀ ਸੇਵਾ ਕੀਤੀ ਤੇ ਉਹਨਾਂ ਦੇ ਅੰਦਰ ਉਹ ਅਵਸਥਾ ਪੈਦਾ ਹੋ ਗਈ ਔਰ ਉਹਨਾਂ ਦੇ ਅੰਦਰੋਂ ਆਸ਼ਾ ਤ੍ਰਿਸ਼ਨਾ ਭੱਜ ਦੌੜ ਸਭ ਖਤਮ ਹੋ ਗਈ। ਸਤਿਗੁਰ ਸੇਵੇ ਸਹਿਜ ਉਪਜੈ, ਹਉਮੈ ਤ੍ਰਿਸ਼ਨਾ ਮਾਰ। ਉਹਨਾਂ ਦੇ ਅੰਦਰੋਂ ਇਹਨਾਂ ਵਿਕਾਰਾਂ ਦਾ ਖਾਤਮਾ ਹੋ ਗਿਆ। ਹਰ ਗੁਣ ਦਾਤਾ ਸਦ ਮਨ ਵਸੈ, ਸੱਚ ਰੱਖਿਆ ਔਰ ਧਾਰ। ਕਿਉਂਕਿ ਉਹਨਾਂ ਨੇ ਹਰੀ ਨੂੰ, ਗੁਣਾਂ ਦੇ ਦਾਤੇ ਪਰਮੇਸ਼ਰ ਨੂੰ ਹਮੇਸ਼ਾ ਹਿਰਦੇ ਵਿੱਚ ਵਸਾ ਕੇ ਰੱਖਿਆ। ਜਿਨ੍ਹਾਂ ਨੇ ਹਿਰਦੇ ਵਿੱਚ ਵਸਾ ਕੇ ਰੱਖਿਆ, ਉਹਨਾਂ ਦੇ ਅੰਦਰ ਸਹਿਜ ਅਵਸਥਾ ਪ੍ਰਗਟ ਹੋ ਗਈ। ਔਰ ਹੋਰ ਕੀ ਹੋਇਆ? ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਦਾ ਨਾਮ ਵਸ ਗਿਆ, ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਦੀ ਗੁਰਬਾਣੀ ਵਸ ਗਈ। ਹੁਣ ਗੁਰਬਾਣੀ ਕਿਵੇਂ ਵਸੂਗੀ? ਗੁਰਬਾਣੀ ਮੁਤਾਬਕ ਚੱਲਦੇ ਦਿਖਾਈ ਦੇਣਗੇ। ਜਿਹੜੇ ਗੁਰਬਾਣੀ ਦੇ ਮੁਤਾਬਕ ਚੱਲਣਗੇ, ਗੁਰਬਾਣੀ ਬਣੀ ਹੈ। ਗੁਰਬਾਣੀ ਬਣਨਾ ਮਤਲਬ ਗੁਰਬਾਣੀ ਮੁਤਾਬਕ ਚੱਲਣਾ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਹਰ ਗੁਣ ਦਾਤਾ ਸਦਮਨ ਵਸੈ, ਸੱਚ ਰੱਖਿਆ ਔਰ ਧਾਰ। ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਹਮੇਸ਼ਾ ਗੁਣਾਂ ਦੇ ਖਜ਼ਾਨੇ ਪਰਮੇਸ਼ਰ ਨੂੰ ਵਸਾ ਲਿਆ। ਸਤਿਗੁਰ ਸੇਵੇ ਸਹਿਜ ਉਪਜੈ, ਉਹਨਾਂ ਦੇ ਹਿਰਦੇ ਵਿੱਚ ਸਹਿਜ ਅਵਸਥਾ ਪ੍ਰਗਟ ਹੋ ਗਈ। ਹਉਮੈ ਤ੍ਰਿਸ਼ਨਾ ਖਤਮ ਹੋ ਗਈ। ਹਉਮੈ ਤ੍ਰਿਸ਼ਨਾ ਮਾਰ। ਪ੍ਰਭ ਮੇਰਾ ਸਦਾ ਨਿਰਮਲਾ। ਤੇ ਹੋਰ ਕੀ ਕਰਦਾ ਗੁਰੂ? ਕਹਿੰਦੇ ਪਰਮੇਸ਼ਰ ਨਿਰਮਲ ਹੈ, ਪਵਿੱਤਰ ਹੈ, ਤੇ ਉਸ ਨੂੰ ਪਾਉਣ ਲਈ ਸਾਨੂੰ ਵੀ ਨਿਰਮਲ ਹੋਣਾ ਪੈਂਦਾ, ਭਾਂਡਾ ਸਾਫ਼ ਕਰਨਾ ਪੈਣਾ। ਕਿਉਂਕਿ ਜੈਸੀ ਸੰਗਤ ਵੈਸੀ ਰੰਗਤ। ਹੁਣ ਸਤਿਗੁਰਾਂ ਨੇ ਬਾਣੀ ਵਿੱਚ ਪਰਮੇਸ਼ਰ ਦੇ ਕੁਝ ਗੁਣ ਦੱਸੇ ਹਨ। 12 ਮਾਹਾਂ ਦੇ ਵਿੱਚ ਵੀ ਪਰਮੇਸ਼ਰ ਦੇ ਗੁਣ ਦੱਸੇ ਹਨ। ਜਿਨ੍ਹਾਂ ਨੇ ਉਹ ਗੁਣ ਗ੍ਰਹਿਣ ਕਰ ਲਏ, ਉਹ ਪਰਮੇਸ਼ਰ ਦਾ ਰੂਪ ਹੋ ਗਏ। ਕਈ ਵਾਰੀ ਕਿਸੇ ਮਨੁੱਖ ਨੂੰ ਅਸੀਂ ਕਹਿੰਦੇ ਆ ਤਾਂ ਜਮਾਂ ਯਾਰ ਦੇਵਤਿਆਂ ਵਰਗਾ, ਭਾਵ ਉਹਦਾ ਸੁਭਾਅ ਚੰਗਾ ਤੇ ਉਹ ਸਾਨੂੰ ਦੇਵਤਿਆਂ ਵਰਗਾ ਦਿਖਾਈ ਦਿੰਦਾ। ਕਿਸੇ ਦਾ ਹਿਸਾਬ ਸੁਭਾਅ ਜਿਹੜਾ ਬੜਾ ਲਾਲਚੀ ਹੈ, ਉਸ ਦੀ ਡੈਫੀਨੇਸ਼ਨ ਦੁਨੀਆ ਕਹਿੰਦੀ ਹੈ ਸਹਿ ਸੁਭਾਅ ਤਾਂ ਬੰਦਾ ਕੁੱਤਿਆਂ ਵਰਗਾ ਲਾਲਚੀ ਹੈ, ਗੱਲ ਗੱਲ ਤੇ ਪੈਸੇ ਮੰਗਦਾ। ਭਾਵ ਮਨੁੱਖ ਦਾ ਸੁਭਾਅ ਜਿਹੜਾ ਉਸ ਤੋਂ ਪਤਾ ਲੱਗਦਾ ਮਨੁੱਖ ਦਾ ਕਿਹੋ ਜਿਹਾ। ਇਸੇ ਕਰਕੇ ਪਾਤਸ਼ਾਹ ਜੀ ਨੇ ਬਾਣੀ 'ਚ ਲਿਖ ਦਿੱਤਾ ਇਹੋ ਜਿਹੇ ਮਨੁੱਖਾਂ ਬਾਰੇ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਭਾਵ ਬਾਹਰੋਂ ਦੇਖਣ ਨੂੰ ਮਨੁੱਖ ਦਿਸਦੇ ਹਨ ਪਰ ਅੰਦਰੋਂ ਕੁਝ ਹੋਰ ਹੀ ਹੈ। ਕੋਈ ਬਘਿਆੜਾਂ ਦਾ ਰੂਪ ਹੈ, ਰਾਜੇ ਸ਼ੀਂਹ ਮੁਕੱਦਮ ਕੁੱਤੇ। ਰਾਜੇ ਬਘਿਆੜਾਂ ਦਾ ਰੂਪ ਧਾਰ ਚੁੱਕੇ ਆ, ਜਨਤਾ ਨੂੰ ਖਤਮ ਕਰਨ ਤੇ ਤੁਲੇ ਹੋਏ ਆ, ਤੇ ਜਿਹੜੇ ਉਹਨਾਂ ਦੇ ਵਜ਼ੀਰ ਸੀ ਉਹ ਲਾਲਚੀ ਹੋ ਕੇ ਕੁੱਤਿਆਂ ਦਾ ਰੂਪ ਧਾਰ ਚੁੱਕੇ ਆ। ਜਾਏ ਜਗਾਇਨ ਬੈਠੇ ਸੁੱਤੇ, ਤੇ ਬਾਬਾ ਨਾਨਕ ਉਹਨਾਂ ਨੂੰ ਜਗਾਉਣ ਚੱਲੇ ਆ। ਦੁਨੀਆ ਦੇ ਵਿੱਚ ਜਿਹੜੀ ਪੂਰਨਮਾਸ਼ੀ ਸੀ, ਪੁੰਨਿਆਂ ਦਾ ਚੰਦਰਮਾ, ਭਾਵ ਸੱਚ ਖਤਮ ਹੀ ਹੋ ਗਿਆ ਹੈ ਤੇ ਝੂਠ ਦੀ ਮੱਸਿਆ ਛਾ ਗਈ ਹੈ। ਕੂੜ ਅਮਾਵਸ, ਝੂਠ ਦੀ ਮੱਸਿਆ ਦੇ ਵਿੱਚ ਕੂੜ ਅਮਾਵਸ, ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ। ਕਿਤੇ ਸੱਚ ਲੱਭਦਾ ਹੀ ਨਹੀਂ ਸੀਗਾ। ਬਾਬੇ ਨਾਨਕ ਨੇ ਸਾਰੀ ਦੁਨੀਆ ਵਿੱਚ ਘੁੰਮਣਾ ਕੀਤਾ, ਭਾਵ ਝੂਠ ਫੈਲਿਆ ਹੋਇਆ ਸੀ, ਤੇ ਸਤਿਗੁਰਾਂ ਨੇ ਜਾ ਕੇ ਉਹਨਾਂ ਨੂੰ ਸਿੱਧੇ ਰਸਤੇ ਪਾਇਆ। ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ, ਹਉ ਭਾਲ ਬਿਕੁੰਨੀ ਹੋਈ, ਅੰਧੇਰੇ ਰਾਹੋ ਨਾ ਕੋਈ। ਔਰ ਦੁਨੀਆ ਐਸੀ ਭਟਕੀ ਹੋਈ ਸੀ ਹਨੇਰੇ ਦੇ ਵਿੱਚ, ਜਿਵੇਂ ਕੋਈ ਤੁਰਿਆ ਫਿਰਦਾ ਹੋਵੇ ਠੇਡੇ ਖਾਂਦਾ, ਰਸਤਾ ਸਹੀ ਨਾ ਦਿਸੇ। ਐਸੀ ਹਾਲਤ ਜਨਤਾ ਦੀ ਹੋ ਗਈ ਸੀ।
ਜਨਤਾ ਅਣਜਾਣ ਸੀ, ਅਨਪੜ੍ਹ ਸੀ ਤੇ ਰਾਜੇ ਉਹਨਾਂ ਨੂੰ ਲੁੱਟਣ ਤੇ ਲੱਗੇ ਹੋਏ ਸੀ। ਅੱਜ ਵੀ ਜਦ ਵੋਟਾਂ ਪੈਂਦੀਆਂ ਤਰ੍ਹਾਂ ਤਰ੍ਹਾਂ ਦੇ ਸ਼ੋਸ਼ੇ ਛੱਡੇ ਜਾਂਦੇ, ਅਸੀਂ ਤੁਹਾਡਾ ਆਹ ਕੰਮ ਕਰਾਂਗੇ, ਆਹ ਕੰਮ ਕਰਾਂਗੇ, ਆਹ ਕੰਮ ਕਰਾਂਗੇ। ਭੋਲੀ ਜਨਤਾ ਉਹਨਾਂ ਦੇ ਮਗਰ ਲੱਗ ਕੇ ਉਹਨਾਂ ਨੂੰ ਕੁਰਸੀਆਂ ਦੇ ਦਿੰਦੀ ਹੈ, ਪਰ ਜਦ ਕੁਰਸੀਆਂ ਤੇ ਬਹਿ ਜਾਂਦੇ ਆ ਫਿਰ ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ ਰਹਿ ਜਾਂਦਾ। ਇਹੀ ਹਾਲ ਉਸ ਤਰ੍ਹਾਂ ਸੀਗਾ। ਰਾਜੇ ਜਿਹੜੇ ਸਨ ਉਹ ਚਲਾਕੀਆਂ ਕਰਦੇ ਸਨ, ਜਨਤਾ ਭੋਲੀ ਭਾਲੀ ਸੀ। ਔਰ ਇਹ ਚੀਜ਼ਾਂ ਧੰਨ ਗੁਰੂ ਨਾਨਕ ਦੇਵ ਜੀ ਨੇ ਜੋ ਆਪਣੇ ਪ੍ਰੈਕਟੀਕਲ ਜੀਵਨ 'ਚ ਦੇਖੀਆਂ, ਗੁਰਬਾਣੀ ਵਿੱਚ ਲਿਖਣੀਆਂ ਵੀ ਕੀਤੀਆਂ। ਪਰਜਾ ਅੰਧੀ ਗਿਆਨ ਬੂਬਾਣ, ਪਰਜਾ ਅੰਧੀ ਗਿਆਨ ਬਿਨ, ਪਰਜਾ ਅੰਧੀ ਗਿਆਨ ਬਿਨ, ਮੁੱਖੋਂ ਕੂੜ ਕਸਾਤੀ ਉਲਾਈ। ਤੇ ਜਿਹੜੇ ਉਸਲੇ ਰਾਜੇ ਜਾਂ ਅੱਜ ਦੇ ਮੰਤਰੀ ਸਨ, ਇਹ ਮੂੰਹ ਚੋਂ ਝੂਠ ਬੋਲਦੇ ਆ, ਝੂਠ ਤੇ ਝੂਠ, ਝੂਠ ਤੇ ਝੂਠ। ਪਰਜਾ ਨੂੰ ਗਿਆਨ ਨਹੀਂ ਤੇ ਰਾਜੇ ਜਿਹੜੇ ਝੂਠ ਬੋਲ ਬੋਲ ਕੇ ਦੁਨੀਆ ਦਾ ਸ਼ੋਸ਼ਣ ਕਰਨ ਤੇ ਲੱਗੇ ਹੋਏ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਪਹਿਲਾਂ ਆਪਣੇ ਆਪ ਨੂੰ ਨਿਰਮਲ ਕਰਨਾ ਪਊਗਾ, ਫਿਰ ਉਸ ਨਿਰਮਲ ਦਾ ਗਿਆਨ ਹੋਊਗਾ। ਕੋ ਸਤਨਾਮ ਸਿੰਘ ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧ ਕੋ ਜਾਵੋ। ਦੁੱਧ ਕਰਮ ਫੁਨ ਸੁਰਤ ਸਮਾਇਨ ਹੋਏ, ਨਿਰਾਸ਼ ਜਮਾਵੋ। ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਿੱਖੋ, ਆਪਣੇ ਆਪ ਨੂੰ ਸਾਫ਼ ਕਰਨ ਦੀ ਲੋੜ ਹੈ, ਬਦਲਾਅ ਲਿਆਉਣ ਦੀ ਲੋੜ ਹੈ। ਬਾਣੀ ਬਦਲਾਅ ਲਿਆਉਂਦੀ ਆ। ਹੁਣ ਜੇ ਬਾਣੀ ਦੇ ਮੁਤਾਬਕ ਚੱਲੇ ਨਹੀਂ ਤੇ ਫਿਰ ਸਤਿਗੁਰੂ ਨੂੰ ਇਹ ਵੀ ਲਿਖਣਾ ਪਿਆ ਵੀ ਫਿਰ ਬਾਣੀ ਦਾ ਅਸਰ ਕਿਉਂ ਨਹੀਂ ਹੋਇਆ। ਮਹਾਰਾਜ ਤੁਸੀਂ ਕਹਿੰਦੇ ਹੋ ਬਾਣੀ ਅਸਰ ਕਰਦੀ ਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਬਾਣੀ ਕੀ ਕਰੇ, ਗੁਰੂ ਕੀ ਕਰੇ। ਸਤਿਗੁਰ ਸਾਚਾ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਇੱਕ ਨ ਲੱਗ ਗਈ, ਜਿਉ ਬਾਂਸ ਬਜਾਈਐ ਫੂਕ। ਇਸ ਚੀਜ਼ ਦਾ ਗਿਆਨ ਦੇਣ ਵਾਸਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਦਿਨ ਸਿੱਖਾਂ ਨੂੰ ਕਿਹਾ ਬਈ ਸੁੱਖਾ ਰਗੜੋ। ਲਗਭਗ ਢੰਡਿਆਈ ਤਾਂ ਗੁਰੂ ਘਰ 'ਚ ਚੱਲਦੀ ਹੋਈ ਸੀ, ਜਿਹਦੇ ਵਿੱਚ ਥੋੜਾ ਸੁੱਖਾ ਵੀ ਬੂਟੀ ਵੀ ਰਗੜ ਕੇ ਪਾਈ ਜਾਂਦੀ ਸੀ। ਕਹਿਣ ਲੱਗੇ ਸੁੱਖਾ ਰਗੜੋ, ਤੇ ਨੇਰਾ ਹੀ ਰਗੜਾਇਆ ਗਿਆ। ਤੇ ਰਗੜਿਆ ਵੀ ਕਿੰਨਾ ਚਿਰ ਗਿਆ, 24 ਘੰਟੇ। ਕਹਿੰਦੇ ਇਹਨੂੰ ਜਿੰਨਾ ਵੱਧ ਰਗੜਿਆ ਜਾਵੇ ਓਨਾ ਤੇਜ਼ ਹੋ ਜਾਂਦਾ। ਜਦੋਂ 24 ਘੰਟੇ ਰਗੜਿਆ ਗਿਆ, ਦੂਸਰੇ ਦਿਨ ਤੜਕੇ ਪਾਤਸ਼ਾਹ ਕਹਿੰਦੇ ਲਿਆਓ ਬਾਟੇ। ਤੇ ਕਹਿਣ ਲੱਗੇ ਕਈ ਸਿੱਖਾਂ ਦੇ ਬਾਟਿਆਂ ਵਿੱਚੋਂ ਪਾਤਾ, ਤੇ ਨਾਲ ਹੀ ਕਹਿ ਦਿੱਤਾ ਇਹਨੂੰ ਅੰਦਰ ਨਾ ਟਪਾ ਜਿਓ, ਤੇਜ਼ ਬਹੁਤ ਆ। ਤਾਂ ਉਹਨਾਂ ਸਿੱਖਾਂ ਨੇ ਉਹੀ ਗੱਲ ਮੰਨ ਕੇ ਉਸ ਦੀਆਂ ਕੁਰਲੀਆਂ ਕਰਕੇ ਡੋਲ ਦਿੱਤਾ। ਕੋ ਸਤਨਾਮ ਸ੍ਰੀ। ਔਰ ਡੋਲਣ ਤੋਂ ਬਾਅਦ ਉਹੀ ਕਹਿਣ ਲੱਗੇ ਮਹਾਰਾਜ ਤੁਸੀਂ ਕਹਿੰਦੇ ਸੀ ਤੇਜ਼ ਬਹੁਤ ਆ, ਇਹਨੇ ਅਸਰ ਤਾਂ ਕੋਈ ਕੀਤਾ ਨਹੀਂ। ਕੋ ਸਤਨਾਮ ਸ੍ਰੀ। ਕਹਿੰਦੇ ਜੀ ਤੁਸੀਂ ਕਹਿੰਦੇ ਸੀ ਤੇਜ਼ ਬਹੁਤ ਹੈ, ਇਹਨੇ ਅਸਰ ਕਿਉਂ ਨਹੀਂ ਕੀਤਾ। ਪਾਤਸ਼ਾਹ ਕਹਿੰਦੇ ਗਲੇ ਤੋਂ ਗਾਹਾਂ ਟਪਾਇਆ ਸੀ। ਕਹਿੰਦੇ ਜੀ ਨਹੀਂ, ਤੇ ਫਿਰ ਇਹਨੇ ਅਸਰ ਤਾਂ ਅੰਦਰ ਜਾ ਕੇ ਕਰਨਾ ਸੀ ਨਾ, ਇਹ ਗਲੇ ਤੋਂ ਬਾਹਰ ਬਾਹਰ ਅਸਰ ਕਦੇ ਨਹੀਂ ਕਰਦਾ। ਕੋ ਸਤਨਾਮ ਸ੍ਰੀ। ਇਸੇ ਤਰ੍ਹਾਂ ਹੀ ਗੁਰਬਾਣੀ ਨੂੰ ਜਦ ਅਸੀਂ ਅੰਦਰ ਲੈ ਕੇ ਜਾਵਾਂਗੇ, ਦਿਮਾਗ 'ਚ ਲੈ ਕੇ ਜਾਵਾਂਗੇ, ਸੁਰਤ ਵਿੱਚ ਵਿਛਾਵਾਂਗੇ, ਤਾਂ ਗੁਰਬਾਣੀ ਅਸਰ ਕਰੂ। ਮੈਂ ਤੁਹਾਨੂੰ ਸੁੱਖਾ ਪੀਣ ਦੀ ਗੱਲ ਨਹੀਂ ਕਰਦਾ, ਮੈਂ ਕਹਿਣਾ ਵੀ ਇਸੇ ਤਰ੍ਹਾਂ ਹੀ ਗੁਰਬਾਣੀ ਦੀਆਂ ਵੀ ਕੁਰਲੀਆਂ ਕਰਦੇ ਹੋ, ਅੰਦਰ ਤਾਂ ਲਿਜਾਂਦੇ ਨਹੀਂ, ਕੇਵਲ ਮੂੰਹ ਤੱਕ ਸੀਮਤ ਹੋ, ਪੜ੍ਹ ਦਿੰਦੇ ਹੋ ਤੇ ਛੱਡ ਦਿੰਦੇ ਹੋ। ਇਹ ਬਾਣੀ ਵੀ ਉਦੋਂ ਅਸਰ ਕਰੂਗੀ ਜਦੋਂ ਇਸ ਨੂੰ ਆਪਣੇ ਹਿਰਦੇ ਵਿੱਚ ਲਿਜਾਓਗੇ, ਆਪਣੇ ਦਿਮਾਗ 'ਚ ਲਿਜਾਓਗੇ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਜਦੋਂ ਅਸੀਂ ਹਿਰਦੇ ਨੂੰ ਸਾਫ਼ ਕਰਾਂਗੇ ਤਾਂ ਸਾਡੇ ਅੰਦਰ ਨਿਰਮਲ ਬਾਣੀ ਵਸੂਗੀ। ਜਦ ਵਸੂਗੀ ਨਾਮ ਨਿਧਾਨ ਹਰ ਮਨ ਵਸੈ, ਹਉਮੈ ਦੁੱਖ ਸਭ ਜਾਏ, ਤਾਂ ਫਿਰ ਇਹਦੀ ਇਹ ਨਿਸ਼ਾਨੀ ਹੋਊਗੀ ਕਿ ਸਭ ਤੋਂ ਦੁੱਖਾਂ ਦਾ ਵੱਡਾ ਕਾਰਨ ਤੁਹਾਡਾ ਹੰਕਾਰ ਖਤਮ ਹੋ ਜਾਊਗਾ। ਕੋ ਸਤਨਾਮ ਸ੍ਰੀ। ਜਿਹੜਾ ਕਿ ਮਾਲਕ ਨੂੰ ਚੰਗਾ ਨਹੀਂ ਲੱਗਦਾ, ਹਰਜੂ ਹੰਕਾਰ ਨ ਭਾਵੀ, ਵੇਦ ਕੂਕ ਸੁਣਾਵੇ। ਸਭ ਤੋਂ ਵੱਡੀ ਗੱਲ ਤੇ ਤੁਹਾਡੇ ਅੰਦਰੋਂ ਦੁੱਖਾਂ ਦੀ ਜੜ ਹੰਕਾਰ ਖਤਮ ਹੋ ਜਾਊਗਾ। ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕਠਾਏ। ਕਿਉਂਕਿ ਜਦੋਂ ਨਾਮ ਵਸ ਗਿਆ ਫਿਰ ਹਉਮੈ ਨੂੰ ਭੱਜਣਾ ਪੈਣਾ। ਉੱਠ ਵੰਝੋ ਕਿਲ ਵਿਖੋ ਕਰਤਾ ਘਰ ਆਇਆ। ਜਦੋਂ ਹਰੀ ਦਾ ਨਾਮ ਵਸ ਗਿਆ ਫਿਰ ਇਹਨੇ ਨਿਕਲ ਜਾਣਾ।
ਜੇ ਇਹ ਨਹੀਂ ਨਿਕਲਿਆ ਇਹਦਾ ਮਤਲਬ ਹਰੀ ਦਾ ਨਾਮ ਤੁਸੀਂ ਹਜੇ ਵਸਾਇਆ ਨਹੀਂਗਾ, ਕੁਰਲੀਆਂ ਹੀ ਕੀਤੀਆਂ। ਕੋ ਸਤਨਾਮ ਸ੍ਰੀ। ਪ੍ਰੀਤਮ ਜੀ ਕਹਿੰਦੇ ਨਾਮ ਨਿਧਾਨ ਹਰ ਮਨ ਵਸੈ, ਹਉ ਮੈਂ ਦੁਖ ਸਭ ਜਾਏ, ਸਤਿਗੁਰ ਸ਼ਬਦ ਸੁਨਾਇਆ, ਹਉ ਸਦ ਬਲਿਹਾਰੈ ਜਾਉ। ਤੇ ਜਿਨ੍ਹਾਂ ਨੇ ਗੁਰੂ ਦੇ ਸੁਨਾਏ ਸ਼ਬਦ ਨੂੰ ਹਿਰਦੇ 'ਚ ਵਸਾਇਆ, ਉਹਨਾਂ ਤੇ ਅਸਰ ਹੋਇਆ ਤੇ ਉਹਨਾਂ ਨੇ ਕਿਹਾ ਮੈਂ ਬਲਿਹਾਰੇ ਜਾਵਾਂ। ਕਿਸੇ ਚੀਜ਼ ਦੀ ਕਿਸੇ ਨੂੰ ਗਿਆਨ ਹੁੰਦਾ, ਸਮਝ ਆ ਜਾਂਦੀ ਹੈ, ਉਹ ਉਸ ਨੂੰ ਕੀਮਤੀ ਕਹਿੰਦਾ। ਜਿਹਨੂੰ ਨਹੀਂ ਸਮਝ ਆਉਂਦੀ ਉਹ ਉਸ ਨੂੰ ਬੇਸ਼ਕੀਮਤੀ ਨਹੀਂ ਜਾਣਦਾ, ਉਹਨੂੰ ਕਹਿੰਦਾ ਇਹ ਤਾਂ ਇਵੇਂ ਹੀ ਆ। ਜਿਸ ਤਰ੍ਹਾਂ ਛੋਟੀ ਜਿਹੀ ਉਦਾਹਰਨ ਸਾਂਝੀ ਕਰੀਏ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਸਾਥੀ ਭਾਈ ਮਰਦਾਨਾ ਜੀ ਹੋਰਾਂ ਨਾਲ ਤੁਰੇ ਜਾ ਰਹੇ ਹੈ ਤੇ ਸੁਭਾਵਿਕ ਸਾਖੀਆਂ ਵਿੱਚ ਆਪਾਂ ਵੇਖਿਆ ਭਾਈ ਮਰਦਾਨਾ ਕਹਿੰਦਾ ਜੀ ਭੁੱਖ ਬੜੀ ਲੱਗੀ ਆ, ਤੇ ਧੰਨ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗਿਆ ਜੀ ਭੁੱਖ ਬੜੀ ਲੱਗੀ ਆ। ਬਾਬਾ ਜੀ ਕਹਿੰਦੇ ਕੋਈ ਨਹੀਂ, ਅੱਗੇ ਸ਼ਹਿਰ ਆਉਂਦਾ ਤੈਨੂੰ ਉੱਥੇ ਖਵਾਵਾਂਗੇ। ਮਰਦਾਨਾ ਕਹਿੰਦਾ ਪੱਲੇ ਦਾ ਕੁਛ ਹੈ ਹੀ ਨਹੀਂਗਾ, ਸ਼ਹਿਰ ਚੋਂ ਸਾਨੂੰ ਕੀ ਮਿਲ ਜੂਗਾ। ਬਾਬਾ ਜੀ ਨੇ ਕਹਿੰਦੇ ਠੇਡਾ ਮਾਰਿਆ, ਧਰਤੀ ਦੇ ਵਿੱਚੋਂ ਇੱਕ ਲਾਲ ਕੱਢਿਆ, ਕਹਿੰਦੀ ਆ ਚੱਕ ਕੇ ਪੱਲੇ ਬੰਨ੍ਹ ਲਾ। ਭਾਈ ਮਰਦਾਨਾ ਜੀ ਨੇ ਉਹ ਲਾਲ ਜਿਹੜਾ ਸੀ ਪੱਲੇ ਬੰਨ੍ਹ ਲਿਆ ਤੇ ਚੱਲ ਪਏ। ਸ਼ਹਿਰ ਦੇ ਵਿੱਚ ਪਹੁੰਚੇ। ਕਿਹੜਾ ਸ਼ਹਿਰ ਸੀ ਉਹ? ਪਟਨਾ ਸਾਹਿਬ, ਜਿੱਥੇ ਬਾਬੇ ਨਾਨਕ ਜੀ ਦੇ ਚਰਨ ਪਏ ਆ। ਔਰ ਪਟਨਾ ਸਾਹਿਬ ਦੇ ਵਿੱਚ ਪਹੁੰਚ ਕੇ ਬਾਹਰ ਸ਼ਹਿਰੋਂ ਬੈਠ ਗਏ ਤੇ ਮਰਦਾਨੇ ਨੂੰ ਕਹਿੰਦੇ ਜਾ ਵੇਚ ਕੇ ਖਾਇਆ। ਕਹਿੰਦੇ ਮਰਦਾਨਾ ਵੇਚਣ ਗਿਆ ਤੇ ਹੁਣ ਮਰਦਾਨੇ ਨੂੰ ਜਦ ਫੜਾਇਆ ਸੀ, ਪਾਤਸ਼ਾਹ ਨੇ ਦੱਸਿਆ ਵੀ ਇਹ ਲਾਲ ਹੈ। ਵੇਚਣ ਗਿਆ ਕਿਸੇ ਦੁਕਾਨ ਤੇ, ਉਹ ਕਹਿੰਦਾ ਯਾਰ ਮੇਰੇ ਤਾਂ ਕਿਸੇ ਕੰਮ ਦਾ ਨਹੀਂ, 3 ਕੁ ਪੈਸੇ ਲੈ ਜਾ, ਲਿਜਾਣੇ ਆ ਤਾਂ। ਮਰਦਾਨਾ ਕਹਿੰਦਾ ਯਾਰ ਇੰਨਾ ਸਸਤਾ ਤਾਂ ਨਹੀਂ ਹੁੰਦਾ, ਲਾਲ ਤਾਂ ਮੈਂ ਸੁਣਿਆ ਬੜੇ ਮਹਿੰਗੇ ਹੁੰਦੇ ਆ। ਕਿਸੇ ਹੋਰ ਦੁਕਾਨ ਤੇ ਗਿਆ ਮਠਿਆਈ ਵਾਲੇ ਤੇ, ਉਹ ਕਹਿਣ ਲੱਗਿਆ ਵੀ ਯਾਰ ਪਸੇਰੀ ਕ ਮਠਿਆਈ ਲੈ ਜਾ, ਵੈਸੇ ਮੇਰੇ ਕੰਮ ਦਾ ਤਾਂ ਹੈ ਨਹੀਂਗਾ, ਤੱਕੜੀ ਦੇ ਬੋਦੇ ਤੇ ਬੰਨ੍ਹ ਲਾਂਗੇ। ਕਹੋ ਸਤਨਾਮ ਸ੍ਰੀ। ਮਰਦਾਨਾ ਕਹਿੰਦਾ ਯਾਰ ਕੋਈ 3 ਸੇਰ ਆਟਾ ਦਿੰਦਾ, ਕੋਈ 3 ਸੇਰ ਮਠਿਆਈ ਦਿੰਦਾ, ਕੋਈ 3 ਪੈਸੇ ਦਿੰਦਾ। ਤੇ ਭਾਈ ਮਰਦਾਨਾ ਜੀ ਵਾਪਸ ਆ ਗਏ। ਮਹਾਰਾਜ ਜੀ ਤੁਸੀਂ ਕਹਿੰਦੇ ਹੋ ਇਹ ਲਾਲ ਹੈ ਤੇ ਦੁਨੀਆ ਤਾਂ ਇਹਦਾ ਇੰਨਾ ਕੁ ਮੁੱਲ ਹੀ ਪਾਉਂਦੀ ਆ। ਧੰਨ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਮਰਦਾਨਿਆਂ ਅਸਲ ਵਿੱਚ ਲੋਕਾਂ ਨੂੰ ਇਹਦਾ ਗਿਆਨ ਨਹੀਂ ਹੈਗਾ। ਫਿਰ ਮਹਾਰਾਜ ਮੈਂ ਕਿਹਨੂੰ ਵੇਚ ਕੇ ਆਵਾਂ? ਤੇ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਇੱਕ ਇੱਥੇ ਸਾਲਸਰਾਏ ਨਾਮ ਦਾ ਜੌਹਰੀ ਹੈ, ਇਹਦੀ ਪਛਾਣ ਜੌਹਰੀਆਂ ਨੂੰ ਹੈ। ਗੁਰਬਾਣੀ ਦੀ ਪਛਾਣ ਵੀ ਉਹਨਾਂ ਨੂੰ ਹੈ ਜਿਨ੍ਹਾਂ ਨੂੰ ਸ਼ਬਦ ਹਿਰਦੇ ਵਿੱਚ ਵਸ ਗਿਆ। ਉਹ ਕਿਹੜਾ ਸ਼ਬਦ ਹੈ? ਜਿਹੜਾ ਅੱਖਰਾਂ ਤੋਂ ਬਗੈਰ ਹੈ। ਕੱਕਾ ਕਿਰਨ ਕਮਲ ਮੈਂ ਪਾਵਾ, ਸੱਸ ਵਿਗਾਸ ਸੰਪਟ ਨਹੀਂ ਆਵਾ। ਉਹ ਸ਼ਬਦ ਜਿਹੜਾ ਅੱਖਰਾਂ ਤੋਂ ਪਰੇ ਹੈ, ਬੋਲ ਬਾਣੀ ਤੋਂ ਵੀ ਪਰੇ ਹੈ, ਜਿੱਥੋਂ ਤੱਕ ਸਾਡੀਆਂ ਇਹਨਾਂ ਇੰਦਰੀਆਂ ਦੀ ਪਹੁੰਚ ਨਹੀਂ। ਉਹ ਸ਼ਬਦ ਜਿਹਨੂੰ ਸਮਝ ਆ ਗਿਆ, ਉਹਨਾਂ ਨੂੰ ਇਸ ਗੱਲ ਦੀ ਸਮਝ ਆਈ ਤੇ ਉਹ ਬਾਣੀ ਤੋਂ ਬਲਿਹਾਰੇ ਜਾਂਦੇ ਆ, ਗੁਰੂ ਦੇ ਬਚਨਾਂ ਤੋਂ ਵੀ ਬਲਿਹਾਰੇ ਜਾਂਦੇ ਆ। ਸਤਿਗੁਰ ਸ਼ਬਦ ਸੁਨਾਇਆ, ਹਉ ਸਦ ਬਲਿਹਾਰੇ ਜਾਉ। ਕਹਿੰਦੇ ਭਾਈ ਮਰਦਾਨਾ ਜੀ ਉਹ ਲਾਲ ਲੈ ਕੇ ਸਾਲਸਰਾਏ ਜੌਹਰੀ ਦੇ ਘਰ ਗਏ। ਪਟਨਾ ਸ਼ਹਿਰ ਰਾਜਧਾਨੀ ਰਹੀ ਹੈ ਕਿਸੇ ਵੇਲੇ ਭਾਰਤ ਦੀ। ਔਰ ਪਟਨਾ ਸ਼ਹਿਰ ਦੇ ਵਿੱਚ ਬੜੇ ਜੌਹਰੀ ਸਰਾਫ ਅਮੀਰ ਲੋਕਾਂ ਦਾ ਵਾਸਾ ਸੀ ਉਸ ਵੇਲੇ ਵੀ। ਕਹਿੰਦੇ ਸਾਲਸਰਾਏ ਨੂੰ ਆਵਾਜ਼ ਮਾਰੀ, ਬਾਹਰ ਚੋਂ ਅੰਦਰੋਂ ਇੱਕ ਨੌਕਰ ਨਿਕਲਿਆ ਅਧਰਕਾ। ਕਹਿੰਦੇ ਹਾਂ ਭਾਈ। ਕਹਿਣ ਲੱਗੇ ਮਾਲ ਵੇਚਣਾ ਸੀਗਾ, ਲਾਲ ਵੇਚਣਾ ਸੀਗਾ। ਅਧਰਕਾ ਆਪਣੇ ਮਾਲਕ ਨੂੰ ਦੱਸਦਾ ਕਿ ਕੋਈ ਮਾਲ ਵੇਚਣ ਆਇਆ। ਮਾਲ ਹੀ ਦੱਸਦੇ ਆ, ਪਸ਼ੂਆਂ ਨੂੰ ਵੀ ਮਾਲ ਕਹਿ ਦਿੰਦੇ ਆ, ਸਮਾਨ ਨੂੰ ਸੌਦੇ ਨੂੰ ਮਾਲ ਕਹਿ ਦਿੰਦੇ ਆ ਲੋਕ। ਕਹਿੰਦੇ ਜੀ ਕੋਈ ਮਾਲ ਵੇਚਣ ਆਇਆ ਤੇ ਮਰਦਾਨੇ ਨੂੰ ਅੰਦਰ ਸੱਦ ਲਿਆ। ਕਹਿੰਦੇ ਹਾਂ ਭਾਈ ਕੀ ਹੈ? ਕਹਿੰਦੇ ਜੀ ਆਹ ਮਾਲ ਆ। ਉਹਨੂੰ ਵੇਖ ਕੇ ਜੌਹਰੀ ਬੜਾ ਹੈਰਾਨ ਹੋਇਆ। ਕਹਿੰਦੇ ਐਡਾ ਕੀਮਤੀ ਲਾਲ ਤੂੰ ਕਿੱਥੋਂ ਲਿਆ ਬਈ? ਔਰ ਉਸ ਨੂੰ ਵੇਖ ਕਰਕੇ ਸਾਲਸਰਾਏ ਜੌਹਰੀ ਉਹਨੂੰ ਮੱਥੇ ਟੇਕਦਾ ਉਸ ਲਾਲ ਨੂੰ, ਤੇ ਨਾਲ ਹੀ ਉਹਨੇ 125 ਰੁਪਈਆ ਚਾਂਦੀ ਦਾ ਇੱਕ ਥੈਲੀ ਕੱਢ ਕੇ ਖਜ਼ਾਨੇ ਚੋਂ ਫੜਾਤੀ। ਕਹਿੰਦੇ ਆਹ ਲੈ। ਮਰਦਾਨਾ 125 ਦੀ ਥੈਲੀ ਦੇਖ ਕੇ ਕਹਿੰਦਾ ਇੰਨੇ ਦਾ ਇਹ? ਭਾ ਮਰਦਾਨਾ ਹੈਰਾਨ ਹੋਇਆ ਵੀ ਇਹਨੇ ਬਹੁਤ ਪੈਸੇ ਦੇਤੇ।
पर सालसरा जौहरी कहंदा इहदा मुੱਲ नहीं, मुੱਲ तू दस किन्ने लैणे आ। ये तो दर्शनी भेटा है, इसदी वेखण दा मुੱਲ है, वेखण दा ही मुੱਲ है। मरदाने नूं कहंदा ये तो इहदे उत्ते लिखिया होया, जे कोई इस लाल दे दर्शन करे ना वो 125 रुपया पहला दर्शनी भेटा देवे, उदों बाद मुੱਲ पावे। तो मरदाने नूं सालसरा जौहरी कहन लगे मैनूं इहदे मुੱਲ दा तां पता नहीं, ते तू दस किन्ने लैणे आ, मैं उन्ने दे दिना। मरदाना कहना मैनू भी नहीं मुੱਲ दा पता, मैं अपने मालक नूं पुछे आउणा। कहना जा पुछया, ते नाल उहनूं 125 रुपया तो दे ही दिता। कहंदे ये तां इहदा मुੱਲ नहीं, दर्शनी भेट है। ते भाई मरदाना जी लै करके वो 125 रुपये की थैली पातशाह कोल आ गए। कहन लगे बाबा नानक जी नूं महाराज ये किन्ने दा? जौहरी पुछदा किन्ने पैसे देवां? बाबा नानक जी कहने मैनू की पता किन्ने दा, जौहरी तो मुੱਲ पवा। कई बारी किसी वस्तु का मुੱਲ सियाणियां तो पवाउणी है, बाबा नानक कहना मैनू नहीं पता ये किन्ने दा, तू उसे सालसरा जौहरी तो मुੱਲ पवा इहदा। सालसरा कोल गया, वो कहना मैनू इहदे मुੱਲ दा नहीं पता। बाबा नानक जी कहने मैनू नहीं पता। अखीर बाबा नानक कहने मरदानिया तैनू पता नहीं लग्या की है? ये लाल नहीं, केवल ये परमेश्वर का नाम है जिसका कोई मुੱਲ नहीं है। ते परमेश्वर का नाम तो हमेशा कोल रखीदा, ये तो दरगाह विच नाल जाण वाली चीज़ है बंदे दे। मरदाना कहना फिर तो मैं नहीं बेचदा। कहंदे जी तू नहीं बेचदा इसनूं, फिर तू जा उन्हां दा पैसा जिहड़ा दर्शनी भेटा लिआया है मोड़ के आ। कहो सतनाम श्री। मरदाने ने चक्किया 125 रुपये की थैली ते मोड़ चलिया गया। सालसरा नूं कहंदा मेरा मालक कहंदा मैं नहीं बेचना, असी लाल बेचना नहीं, आ चक आवरी दर्शनी भेटा। सालसरा कहंदा मैं दर्शनी भेटा वापस लेनी नहीं, क्योंकि मैं दर्शन कर ले, मैं भी धर्मी बंदा यार। मरदाना कहंदा असी माल नहीं बेचना, फिर दर्शनी भेटा क्यों लईए बई, तू रख आवरी दर्शनी भेटा। वो कहना नहीं मैं नहीं रखनी। मरदाना नाल चक लिया। बाबा नानक जी कहंदे मैं तेनू रखण नहीं देनी है दर्शनी भेटा, जा तो उन्होंने लाल दे के आ, पैसे लैके आ पूरे, ते जा उन्होंने दर्शनी भेटा भी मोड़ के आ। अखीर कहंदे इतिहास दसदा है कि मरदाने दे 7-8 गेड़े लग गए, ना तो बाबा रखन देवे ते ना सालसरा वापस लवे। अखीर मरदाना सिट के भज्या आ उन्होंने विहड़े च, कहंदे यार असी नहीं बेचना लाल, आ चक्को आपदे पैसे। ते सालसरा जौहरी अपने अधरके नौकर नूं कहंदा यार छेती मगर जा, ये कौन है पता कर इन्हां दा, इन्ने कीमती लालां दे मालक के कौन है। कहंदे अधरका मगर आया। धन गुरु नानक देव जी बाहर बाहर फिरनी ते बैठे आ, उन्हें आके नमस्कार की, मत्था टेकिया, गलबात चलाई, क्योंकि अधरका जिहड़ा सतसंगी बंदा सीगा। ते मगरों सालसराए भी कुछ फल फ्रूट कुछ खाण पीण का समान लैके पहुँच गया। गल्लां बातां चलियां, गल्लां करदियां करदियां अधरके ने सतगुरु नानक दे चरण फड़ ले, पैरी पै गया महाराज ये लाल है कि तुसी लाल हो, भाव साधु प्यारे भी रब दे लाल है। एक थां ते कबीर साहब ने बचन किया, हीरा देख हीरे को आदेश, भाव हीरे नूं देख के हीरा हीरे नूं नमस्कार करदा है। संत भी हीरे आ, परमेश्वर भी हीरे आ, ते जिन्हां ने उन्हां नूं समझ लिया वो भी हीरे बन जाते आ। कहो सतनाम श्री। तो इस करके वो धरके ने नमस्कार की, पहला सत्संगी सी रहा साधुआं दा, और कहन लग्या जी तुसी तां खुद लाल हो महाराज। पातशाह ने उसते बख्शिश की, कृपा दृष्टि की, आपे नजर करे भाव लाए, गुर शब्दी विचार उन्होंने समझ आ गई। नजर की महाराज जी ने अधरके ते। सालसराय कहना जी ये मेरा नौकर तां साधुआं दा सत्संगी रहा है, इनू तुहाडी समझ आ गई, पर मैनू समझ नहीं आई तुहाडी हजे। ये लाल है कि तुसी लाल हो, मैनू समझ नहीं आई। तो बाबा नानक जी कहंदे सुन सालस तू जौहरी अपना लाल पछाण। अपना लाल केड़ा? आत्मा।
आत्मा का कोई मुल नहीं है, आत्मा मरदी नहीं है। आत्मा के प्रकाश में ही आप सारे तुरे फिरते हैं, गल्लां बातां करते हैं। हीरे का लाल का एक सुभाव है, नेरे दे विच चानण करदा है। अपना लाल पछाण, कूड़े पत्थर ना गंढ बन लीजा भले सियाण। कंकर पत्थर मेल के नाम धराया शाहो। तू रोड़ कट्ठे करके आ चिट्टे आ लाल आ हरे हीरे पन्ने जवाहरात है तो पत्थर ही ना अक्सर। कह तू रोड़ कट्ठे करके अपने आप को जौहरी कहाउणा है। तैनू इस लाल दे मुल का पता नहीं, परमेश्वर के नाम का पता नहीं हैगा। तो पातशाह जी कहते तेरे नाल तेरा नौकर चंगा अधरका। इसनू ज्ञान है इस बारे। असी अधरके नू मंजी दिंदे आ, इत्थों दे प्रचारक बनाउणे आ। जिहड़ियां मंजियां थापियां थां थां ते बाबे नानक ने जाके हक तो बनता अधरके का कि इहनू इत्थों ना मैं प्रचारक बना जावां, मंजी दे के जावां, तू इहदे पैरी पै। कहते साल सराए अधरके दे पैरी पै गया, नमस्कार करदा है। भाव देखिया पातशाह ने इहदा हंकार उड गया। कोई सतनाम, क्योंकि जिन्ना चिर हंकार आ उन्ना चिर गल दी समझ नहीं आउंदी। ते हंकारी बंदा झुकदा नहीं किसी दे अगे भी, फिर नौकर दे अगे झुकना तो बहुत वड्डी गल है। तो गुरु प्यारो, जिस वेले भाई सालसरा जौहरी सतगुरां दा बचन सुन के उन्हां दे चरनां विच झोकिया ते सतगुरां ने अपना एक सरोपा दिता। कोलों जिहड़ा परना सी उन्हां दे कोल, कहन लगे लै इहनूं सिर ते बन्नना। जद उन्हें सिर ते बन्निया ते गुरु प्यारिओ उहदे अंदर भी प्रकाश हो गया। कहंदे तू इस दा मालक है, संसारी लाज रखण वास्ते मैं तैनूं पहला ड्यूटी लाउणा प्रचार करन दी। इत्थे चीज़ का प्रचार कर। तेरे 2 साल बाकी रह गए जिंदगी दे। मरण दे वेले जब समा तेरा वापस आवेगा, फिर तू एक मंजी जिहड़ी है अधरके नूं देनी है, फिर अधरका प्रचार करूगा। इस तरह बाबे नानक ने उत्थे उस लाल दा मुल दस्सिया सी। जिन्हां नूं समझ आ गई, सतगुर शब्द सुनाया हो सद बलिहारे जाओ। ओ गुरु दे शब्द तो बलिहारे जांदे आ, हरेक थोड़ा ही जांदा। कोई सतनाम श्री। ये सी गुरु प्यारो शब्द की महिमा की गल। अपने मन चित कहे कहाए। जिन्होंने समझ आ गई उन्होंने दे मन विच, उन्होंने दे चित्त विच गुरु का शब्द वस गया। पर उन्ना चिर नहीं वसदा बिन गुर आप न जाई, जिन्ना चिर बंदे का हंकार नहीं निकलता। सतगुर शब्द सुनाया हो सद बलिहारे जाओ। अपने मन चित कहे कहाए। भावें अपने तौर पर बहुत बन बन बहिंदे आ, मैनू समझ आ गई, मैनू समझ आ गई, पर यह गल समझनी बड़ी औखी है। वो शब्द जिहड़ा अखरां तो बगैर है, जिहदे विचों ये सारे अखर निकले न, वो किहड़ा शब्द है? वो भी एक शब्द है जिसनूं समझण दी बड़ी लोड़ है। जिन्ना चिर ओहदी समझ नहीं आउंदी उन्ना चिर इहदी समझ नहीं आउंदी। को सतनाम जिहड़ा निरखर है। पातशाह जी बख्शिश करते हैं उस शब्द के बारे कई थावां ते बाणी विच। कक्का किरण कमल में पावा, सस विगास संपट नहीं आवा। कक्का 35 अखरां दी बाणी विच लिखदे आ कक्के ते कि जदों अखां दी जोत नूं तू अपने हिरदे कमल विच लै गया ते फिर तेरा जमना मरना खत्म हो जाएगा। तू संपट जमन मरण के चक्कर च नहीं आवेगा। तेरे अंदर चंद्रमा वर्गा शांति देने वाला ठंडा प्रकाश हो जाएगा, भाव ज्ञान हो जाएगा। आखिरी पदे विच मेरे प्रीतम जी कहते आ, अपने मन चित कहे कहाए बिन गुर आप न जाई। गुरु बिना हंकार खत्म नहीं हुंदा, गुरु बिना समझ नहीं आउंदी। हर जीओ भगत बचल सुख दाता, कर किरपा मन वसाई। ओ हरि हरि जीओ, जीओ के दोने पासे अर्थ लगणगे। हरि जीओ सत्कारयोग, हरि जिहड़ा है जीओ आत्मा ते भगत इन्हां दा प्यारा है। वो सारियां आत्मा दा प्यारा है, सब नूं प्यार करन वाला। मिठ बोलड़ा जी हर सज्जन स्वामी मोरा, हों संभल थकी जीओ कदे ना बोलै कौरा। कौड़ा बोल न जाने पूर्ण भगवाने, औगण को ना चितारे। हर जीओ दाता, हर जीओ भगत बछड़ सुख दाता, कर किरपा मन वसाई। आओ बेनती करिए हे हरि, भगतां दे प्यारे
ਤੂੰ ਕਿਰਪਾ ਕਰਕੇ ਸਾਡੇ ਹਿਰਦੇ ਵਿੱਚ ਵੀ ਵਸ ਜਾ। ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ, ਗੁਰਮੁਖ ਦੇ ਵਡਿਆਈ। ਜਿੱਦੇ ਤੁਹਾਡੇ ਹਿਰਦੇ 'ਚ ਵਸ ਗਿਆ ਨਾ, ਉਹਦੇ ਤੁਹਾਡੀ ਵਡਿਆਈ ਵੀ ਹੋਣ ਲੱਗ ਜਾਣੀ ਹੈ। ਤੁਹਾਨੂੰ ਸੁਰਤ ਗਿਆਨ ਵੀ ਆ ਜਾਣਾ ਹੈ, ਔਰ ਤੁਹਾਨੂੰ ਸ਼ੋਭਾ ਇੱਥੇ ਤੇ ਉੱਥੇ ਦੋਹਾਂ ਲੋਕਾਂ 'ਚ ਮਿਲਣੀ ਹੈ। ਲੋਕ ਸੁਖੀਆ ਤੇ ਪਰਲੋਕ ਸੁਹੇਲਾ ਹੋ ਜਾਣਾ ਹੈ। ਇਹ ਸੀ ਪਵਿੱਤਰ ਸ਼ਬਦ ਦੀ ਵਿਚਾਰ। ਅੱਗੇ ਸ਼ਬਦ ਚੱਲਦਾ ਹੈ, ਹਉਮੈ ਕਰਮ ਕਮਾਵੰਦੇ ਜਮ ਡੰਡ ਲੱਗੈ ਤਿਨ ਆਏ। ਜਿਹੜੇ ਸੰਸਾਰ ਵਿੱਚ ਵਿਚਰਦੇ ਹੋਏ ਹੰਕਾਰ ਦੇ ਵਿੱਚ ਹੀ ਰਹਿੰਦੇ ਆ, ਉਹਨਾਂ ਨੂੰ ਜਮਾਂ ਦੇ ਡੰਡੇ ਖਾਣੇ ਪੈਂਦੇ ਆ। ਜਮ ਡੰਡ ਲੱਗੈ ਤਿਨ ਆਏ, ਜੇ ਸਤਿਗੁਰ ਸੇਵਨ ਸੇ ਉਭਰੇ ਹਰ ਸੇਤੀ ਲਿਵ ਲਾਏ। ਜਿਹੜੇ ਹੰਕਾਰ ਛੱਡ ਕੇ ਗੁਰੂ ਦੇ ਪੈਰੀਂ ਪੈ ਜਾਣਗੇ, ਉਹ ਬਚ ਜਾਣਗੇ ਜਮਦੂਤਾਂ ਦੇ ਡੰਡਿਆਂ ਤੋਂ। ਜਿਹੜੇ ਗੁਰੂ ਦੀ ਗੱਲ ਮੰਨ ਕੇ ਪਰਮੇਸ਼ਰ ਨਾਲ ਜੁੜਨਾ ਸ਼ੁਰੂ ਕਰ ਦੇਣਗੇ, ਉਹ ਬਚ ਜਾਣਗੇ। ਕਹੋ ਆਪਣੇ ਮਨ ਨੂੰ, ਮਨ ਰੇ ਗੁਰਮੁਖ ਨਾਮ ਧਿਆਏ। ਆ ਮਨਾ ਫਿਰ ਜਮਾਂ ਤੋਂ ਬਚੀਏ, ਗੁਰੂ ਵਾਲੇ ਬਣ ਕੇ ਨਾਮ ਜਪਨਾ ਕਰੀਏ। ਗੁਰਮੁਖ ਨਾਮ ਧਿਆਏ, ਪਰ ਕੀ ਕਰੀਏ, ਇਹ ਵੀ ਵੱਡੇ ਭਾਗਾਂ ਤੋਂ ਬਿਨਾਂ ਨਹੀਂ ਗੱਲ ਬਣਦੀ। ਧੁਰ ਪੂਰਬ ਕਰਤੇ ਲਿਖਿਆ, ਤਿਨ ਗੁਰਮਤਿ ਨਾਮ ਸਮਾਏ ਰਹਾਓ। ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਆ, ਉਹਨਾਂ ਦੇ ਹਿਰਦੇ ਵਿੱਚ ਹੀ ਗੁਰੂ ਦੀ ਮੱਤ ਵਸਦੀ ਆ। ਇसी ਪਵਿੱਤਰ ਸ਼ਬਦ ਦੀ ਵਿਚਾਰ। ਅਗਲੇ ਸ਼ਬਦ ਦੀ ਵਿਚਾਰ ਜਿਹੜਾ ਹੈ ਸ੍ਰੀ ਰਾਗ ਮਹੱਲਾ ਤੀਜਾ, ਹਉਮੈ ਕਰਮ ਕਮਾਵੰਦੇ। ਇਹਦੀ ਵਿਚਾਰ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਆਓ ਸਮਾਪਤੀ ਕਰੀਏ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ, ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ।